ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ। माटी का क्या धोपै स्वामी, मानस की गत एहि। दंडौत बंदन अनिक बार, सर्व कला समरथ। ढोलन ते राखो प्रभु, नानक दे कर हथ। सतनाम। धन वाहिगुरु साहिब जीओ। पौड़ी। भगत तेरे मन भावंदे, दर सोहन कीरत गावंदे। नानक कर्मा बाहरे, दर ढो ना लहनी धावंदे। इक मूल ना बुझन आपना, अणहोंदा आप गणाएंदे। हऊँ ढाडी का नीच जात, होर उत्तम जात सदाएंदे। तिन मंगा जे तुझे ध्याएंदे। तिन मंगा जे तुझे ते आए। ग्रंथ साहिब महाराज जी दी पावन पवित्र हजूरी अंदर सतगुरां दे जो अमृत बचन लड़ीवार आशा की वार दी विचार चल रही है। उस लड़ी दे तहत उस लड़ी दी विचार अधीन आशा की वार दी 9वीं पौड़ी इस दा पाठ आप जी ने सरवण कीता है। इस पौड़ी दे पहले श्लोक अंदर सतगुरु गुरु नानक साहिब महाराज जी ने विद्या प्राप्त करके हौमे अंदर वाद विवाद खड़ा करके अपने आप नूं विद्या विच सब तो श्रोमणी संसार विच प्रगट करन दा यतन करना, उस संबंधी हजूर ने एक तुक विच ही उस बहस मुबैसे दा, उस वाद विवाद दा, उस खौमे विचों सिरजे कोई झगड़े दा एक तुक विच ही फैसला कर दिता। वो अमृत बोल है, नानक लेख है एक गल, होर खौमे झखना झाख। सिर्फ एक परमात्मा दा नाम ही लेखे विच है। बाकी इतना कुछ पढ़न दे बावजूद सच एवे कि खौमे दी झख मारनी है जे बंदगी नहीं था। उस तो बाद दूजे भी श्लोक विच सतगुरां ने इस पौड़ी नाल दर्ज दूजे श्लोक च जिथे पढ़ाई दा जिक्र किया, जेता पढ़िया तेता कड़िया, बहुत तीरथ भविया तेतो लविया दा जिक्र किया। उस श्लोक विच हजूर ने बारमुखी कर्मकांड, हठ वाले कर्म,
ਵਿਖਾਵੇ ਦੇ ਕਰਮ, ਜਿਨ੍ਹਾਂ ਵਿੱਚ ਰਸ ਕੋਈ ਨਹੀਂ, ਜੋ ਫੋਕਟ ਕਰਮ ਨੇ, ਸਿਰਫ ਨਾਮ ਹੀ ਅੰਦਰ ਦੇ ਅੰਦੇਸੇ ਨੂੰ ਖਤਮ ਕਰ ਸਕਦਾ ਹੈ। ਇਸ ਸੰਬੰਧੀ ਆਪਾਂ ਵਿਚਾਰ ਸਰਵਣ ਕੀਤੇ। ਅੱਜ ਹਜ਼ੂਰ ਨੇ ਪੌੜੀ 'ਚ ਇੱਕ ਤਾਂ ਉਹਨਾਂ ਪ੍ਰਭੂ ਪਿਆਰੇ ਭਗਤਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਸਾਈਂ ਦੇ ਦਰ ਉੱਪਰ ਆਪਣੇ ਆਪ ਨੂੰ ਮੁਕੰਮਲ ਤੌਰ 'ਤੇ ਸਮਰਪਣ ਕਰਕੇ ਪਰਮੇਸ਼ਵਰ ਜੀ ਦੀ ਸਿਫਤ ਸਲਾਹ, ਵਾਹਿਗੁਰੂ ਜੀ ਦੀ ਭਗਤੀ ਦੇ ਗੀਤ ਗਾਉਂਦੇ ਨੇ। ਦੂਸਰਾ, ਇਸ ਪੌੜੀ 'ਚ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਹੈ ਜੋ ਅਭਾਗੇ, ਬਖਸ਼ਿਸ਼ ਤੋਂ ਵਿਰਵੇ, ਬਖਸ਼ਿਸ਼ ਤੋਂ ਸਖਣੇ, ਬਖਸ਼ਿਸ਼ ਤੋਂ ਖਾਲੀ, ਕਰਮਾਂ ਦੇ ਖੀਣੇ, ਉਹਨਾਂ ਨੂੰ ਮਾਲਕ ਦੇ ਦਰ 'ਤੇ ਢੋਈ ਨਹੀਂ, ਉਹ ਤਾਂ ਸਿਰਫ ਦਿਨ ਰਾਤ ਅੰਦਰੂਨੀ ਤੌਰ 'ਤੇ ਮਾਨਸਿਕ ਖੰਡਾਓ ਵਿੱਚ ਹੀ ਭੱਜੇ ਫਿਰਦੇ ਨੇ। ਤੀਸਰਾ, ਇਸ ਪੌੜੀ ਵਿੱਚ ਗੁਰਦੇਵ ਦੀ ਅਤ ਦੀ ਨਿਮਰਤਾ, ਆਪਣੇ ਆਪ ਨੂੰ ਇੱਕ ਢਾਡੀ ਤੇ ਨੀਵਾਂ ਢਾਡੀ ਸ਼ਬਦ ਵਰਤਿਆ ਤੇ ਨਾਲ ਸ਼ਬਦ ਵਰਤਿਆ, ਬਾਕੀ ਸਭ ਉੱਚੇ ਨੇ, ਮੈਂ ਨੀਵਾਂ ਢਾਡੀ ਖਾਂ, ਸਿਫਤ ਕਰਨ ਵਾਲਾ ਮੈਂ, ਹੇ ਮੇਰੇ ਵਾਹਿਗੁਰੂ, ਮੈਂ ਤੇਰੇ ਦਰ 'ਤੇ ਉਹਨਾਂ ਦੀ ਮੰਗ ਕਰਨ ਆਇਆ, ਉਹਨਾਂ ਦੀ ਸੰਗਤ ਮੰਗਣ ਆਇਆ ਜਿਹੜੇ ਸਾਈਂ ਤੇਰੇ ਦਰ 'ਤੇ ਤੈਨੂੰ ਦਿਨ ਰਾਤ ਧਿਆਉਂਦੇ ਨੇ। ਪਹਿਲੀ ਬੇਨਤੀ ਦਾਸ ਕਰੇਗਾ, ਇਸ ਪੌੜੀ ਦੀਆਂ ਆਰੰਭਕ ਤੁਕਾਂ ਨੇ ਕਿ ਭਗਤ ਤੇਰਾ ਮਨ ਭਾਮਦੇ, ਦਰ ਸੋਹਨ ਕੀਰਤ ਗਾਵਦੇ। ਕਿਉਂਕਿ ਦਾਸ ਵਾਰ-ਵਾਰ ਇਹ ਗੱਲ ਇਸ ਆਸਾ ਕੀ ਵਾਰ ਦੀ ਕਥਾ ਵਿੱਚ ਦੁਹਰਾ ਰਿਹਾ ਹੈ, ਬੇਨਤੀ ਕਰ ਰਿਹਾ ਹੈ। ਮੇਰਾ ਮਕਸਦ ਵਿਦਵਤਾ ਜਾਂ ਬਹੁਤ ਜ਼ਿਆਦਾ ਪ੍ਰਮਾਣ ਉਦਾਹਰਨਾਂ ਦੇਣ ਦਾ ਨਹੀਂ, ਮੇਰਾ ਮਕਸਦ ਸਿਰਫ ਇੰਨਾ ਹੈ ਜੋ ਰੋਜ਼ਾਨਾ ਬਾਣੀ ਦਾ ਕੀਰਤਨ ਹੁੰਦਾ ਹੈ, ਜਿੰਨੀ ਨੂੰ ਕੋ ਮਾਲਕ ਨੇ ਸੋਝੀ ਬਖਸ਼ੀ, ਉਹ ਸੰਗਤ ਨਾਲ ਅਰਥ ਵਿਚਾਰ ਸਾਂਝੇ ਕਰ ਸਕਾਂ। ਪਹਿਲਾ ਹੈ ਸ਼ਬਦ ਮੈਂ ਅਰਜ਼ ਕੀਤੀ, ਭਗਤ ਤੇਰਾ ਮਨ ਭਾਮਦੇ। ਇੱਥੇ ਭਗਤ ਦਾ ਤੱਤਾ ਮੁਕਤਾ ਹੈ, ਇਹਦਾ ਅਰਥ ਹੈ ਬਹੁਤ ਸਾਰੇ ਭਗਤ ਬਹੁਵਚਨ। ਇਹ ਵੀ ਸਾਨੂੰ ਪਤਾ ਹੈ ਕਿ ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਆਉਂਦੀ ਹੈ, ਉਹਦਾ ਅਰਥ ਹੈ ਪਰਮਾਤਮਾ ਦੀ ਭਗਤੀ। ਇੱਥੇ ਬਹੁਵਚਨ ਭਗਤ ਲਫ਼ਜ਼ ਹੈ ਕਿ ਭਗਤ ਤੇਰਾ, ਇਹਦਾ ਪਾਠ ਕਈ ਸੱਜਣ ਅਕਸਰ ਤੇਰੇ ਕਰ ਦਿੰਦੇ ਨੇ, ਇੱਕ ਲਾਂਘ ਨਹੀਂ, ਪਾਠ ਹੈ ਤੇਰਾ, ਭਗਤ ਤੇਰਾ ਮਨ ਭਾਮਦੇ। ਇਹਦਾ ਅਰਥ ਹੈ ਪ੍ਰਭੂ, ਉਹ ਭਗਤ ਜਨ ਤੇਰੇ ਮਨ ਨੂੰ ਭਾਮਦੇ ਦਾ ਅਰਥ ਹੈ ਚੰਗੇ ਲੱਗਦੇ ਨੇ, ਤੈਨੂੰ ਬੜੇ ਪਿਆਰੇ ਲੱਗਦੇ ਨੇ। ਕੌਣ? ਦਰ, ਤੇਰੇ ਦਰ ਉੱਤੇ ਸੋਹਨ ਸ਼ੋਭਦੇ ਨੇ। ਕੌਣ? ਕੀਰਤ ਗਾਵਦੇ, ਜਿਹੜੇ ਪ੍ਰਭੂ ਤੇਰੇ ਦਰ ਦੇ ਉੱਪਰ ਤੇਰੀ ਕੀਰਤੀ ਕਰਦੇ ਨੇ, ਤੇਰੇ ਦਰ ਦੇ ਉੱਪਰ ਤੇਰੀ ਸਿਫਤ ਕਰਦੇ ਨੇ। ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਐਸੇ ਭਗਤ ਤੇਰੇ ਦਰ ਦੇ ਉੱਪਰ ਸੁਭਾਏਮਾਨ ਨੇ, ਉਹ ਸ਼ੋਭਨੀਕ ਨੇ। ਸੱਚ ਇਹ ਵੇ ਕਿ ਉਹ ਤੇਰੇ ਮਨ ਨੂੰ ਅਤ ਦੇ ਪਿਆਰੇ ਲੱਗਦੇ ਨੇ। ਪਹਿਲੀ ਤੁਕ ਤੇ ਆਪਾਂ ਥੋੜ੍ਹਾ ਜਿਹਾ ਰੋਕ ਕੇ ਵਿਚਾਰ ਜ਼ਰੂਰ ਕਰੀਏ। ਲਫ਼ਜ਼ ਆਇਆ ਹੈ ਭਗਤ। ਉਂਝ ਸਿਆਣੇ ਸੁਗੜ ਵਿਦਵਾਨ ਕਹਿੰਦੇ ਨੇ ਕਿ ਭਗਤ ਲਫ਼ਜ਼ ਸੰਸਕ੍ਰਿਤ ਦੀ ਭਜ ਧਾਤੂ ਤੋਂ ਪੈਦਾ ਹੋਇਆ ਹੈ। ਇਹਦਾ ਅਰਥ ਹੈ ਸੇਵਣਾ, ਆਰਾਧਨਾ ਜਾਂ ਪੂਜਾ, ਸਮਰਪਣ। ਉਂਝ ਜੇ ਇਸ ਨੂੰ ਭਗਤ ਲਫ਼ਜ਼ ਨੂੰ ਅੱਖਰਗਤ ਕੁਛ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ। ਅੱਖਰਗਤ ਮੰਨ ਲਓ ਜਿਵੇਂ 3 ਅੱਖਰਾਂ ਦਾ ਜੋੜ ਹੈ ਲਫ਼ਜ਼ ਭਗਤ, ਭੱਬਾ, ਗੱਗਾ ਤੇ ਤੱਤਾ। ਇੱਕ ਸੂੜ ਵਿਦਵਾਨ ਨੇ ਅੱਖਰਗਤ ਅਰਥ ਕਰਦਿਆਂ ਇਹ ਸ਼ਬਦ ਕਹੇ ਕਿ ਭੱਬੇ ਦਾ ਅਰਥ ਜਿਸ ਦੇ ਕੋਲ ਪ੍ਰੇਮਾ ਭਗਤੀ ਹੈ। ਇਉਂ ਕਹਿ ਲਓ ਭੱਬੇ ਦਾ ਅਰਥ ਜਿਸ ਕੋਲ ਪਰਮਾਤਮਾ ਦੀ ਭਗਤ ਹੈ। ਦੂਸਰਾ ਗੱਗਾ, ਉਹਦਾ ਅਰਥ ਕੀਤਾ ਕਿ ਜਿਸ ਵਿੱਚੋਂ ਭਗਤੀ ਕਰਕੇ ਅਨੁਭਵੀ ਗਿਆਨ ਪੈਦਾ ਹੋਇਆ ਹੈ। ਇਹ ਸੱਚ ਹੈ ਕਿ ਬੌਧਿਕ ਗਿਆਨ ਵਿੱਚ ਤੇ ਅਨੁਭਵੀ ਗਿਆਨ ਵਿੱਚ ਬੜਾ ਫਰਕ ਹੈ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਪੜ੍ਹਨੇ ਹਾਂ, ਕਬੀਰ ਸਾਹਿਬ ਦਾ ਇੱਕ ਬੋਲ ਹੈ। ਜੇ ਦੇਖੋ ਕਬੀਰ ਸਾਹਿਬ ਕੋਈ ਵੇਦ, ਸ਼ਾਸਤਰ, ਸਿਮਰਤੀਆਂ,
ਪੁਰਾਣ ਆਦਿਕ ਉਹਨਾਂ ਦਾ ਕੋਈ ਪਠਨ ਪਾਠਨ ਨਹੀਂ ਉਹ ਕਰਦੇ, ਪਰ ਜਦੋਂ ਕਿਸੇ ਵੇਦ ਪਾਠੀ ਦੇ ਸਾਹਮਣੇ, ਕਿਸੇ ਮਹਾਨ ਪੰਡਿਤ ਦੇ ਸਾਹਮਣੇ ਜਾਂ ਮਹਾਨ ਵਿਦਵਾਨ ਸਾਹਮਣੇ ਉਹ ਗੱਲ ਕਰਦੇ ਨੇ ਤੇ ਉਹਨਾਂ ਦੀ ਮੈਨੂੰ ਉਹ ਰਚਨਾ ਵਿੱਚੋਂ ਦੋ ਤੁਕਾਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਉਹਨਾਂ ਦੇ ਆਪਣੇ ਗਿਆਨ ਬਾਰੇ। ਉਹ ਬਚਨ ਨੇ ਕਿ ਤੂੰ ਬਾਮਨ ਮੈਂ ਕਾਸ਼ੀਕ ਜੁਲਹਾ, ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈ, ਮੈਂ ਕਾਸ਼ੀ ਵਿੱਚ ਰਹਿਣ ਵਾਲਾ ਇੱਕ ਸਾਦਾ ਜਿਹਾ ਜੁਲਾਹਾ ਹਾਂ। ਬੂਝੋ ਮੋਰ ਗਿਆਨਾ, ਤੇਰੇ ਕੋਲ ਵੇਦ ਹੈ, ਗੈਤਰੀ ਮੰਤਰ ਹੈ, ਪਰ ਆਹ ਕੱਪੜੇ ਬੁਣਨ ਵਾਲੇ ਭਗਤ ਦੇ ਅੰਦਰ ਦੇ ਗਿਆਨ ਨੂੰ ਵੀ ਸਮਝ। ਤੂੰ ਬਾਮਨ ਮੈਂ ਕਾਸ਼ੀਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ, ਤੂੰ ਤਾਂ ਮੰਗਣਾ ਪਿਆ ਹੈ ਰਾਜਿਆਂ ਦੇ ਦਰ ਤੇ ਖਲੋ ਕੇ। ਤੁਮ ਤੋਂ ਜਾਚੋ ਭੂਪਤ ਰਾਜੇ, ਹਰਸ਼ੋਂ ਮੋਰ ਧਿਆਨਾ। ਤੂੰ ਇੰਨਾ ਕੁਝ ਪੜ੍ਹ ਕੇ ਵੀ ਇਸ ਅਨੁਭਵ 'ਚ ਨਹੀਂ ਜੀਂਦਾ ਕਿ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਹੈ। ਤੂੰ ਗ੍ਰੰਥ ਵਿੱਚੋਂ ਪੜ੍ਹ ਕੇ ਗਿਆਨ ਦੇਣਾ ਕਿ ਸਭ ਕਾ ਰਾਜ਼ਿਕ, सब का पालक, सब की पालना करने वाला सिर्फ एक भगवान है। पर तू उस अनुभव च क्यों नहीं उतरदा कि परमात्मा तेरी भी प्रतिपालना करेगा, पर तेरा ज्ञान तो तू राजे महाराजे वजीरां अमीरां दा मुथाज बनिया है। मैं अर्ज करांगा, देखो ये एक वो ज्ञान है जिहड़ी अंदर दी अवस्था। कबीर साहब ने वैसे इस भगत विचों उपजे ज्ञान का जिक्र भी अपनी रचना च कीता कि देखो भाई, ज्ञान की आई आंधी, सब उडानी भ्रम की टाटी रहे ना माया बांधी। खैर मैं बेनती करांगा, भगत लफज दे अखरगत अर्थ करदियां उस सुगड़ विद्वान ने कीते ने। भब्बे दा अर्थ जिहदे कोल प्रभु दी भगती है, इउं कह लईए जिहड़ा भगती करदा है। गग्गे दा अर्थ कीता, शब्द बनाया कि जिहदे कोल भगती विचों उपजिया होया अनुभवी ज्ञान है। तीसरा अखर है भगत दा तत्ता, केवल ज्ञान नहीं, जिस कोल त्याग करन दी बड़ी वड्डी समर्था है। इहदा मतलब कि भगत लफज दे अर्थ कीते गए भगती, ज्ञान ते त्याग। चलो ये विद्वानां ने अखरगत शब्द बना दिते, पर जदों असीं गीता विच देखने हां कि भगत कौन है, भगत किन्ने प्रकार दे ने, तो उत्थे सानू पढ़न नूं मिलदा है उत्थे भगतां दे 4 दर्जे ने। वो मैं सिर्फ इस करके बेनती कर लगा कि गुरमत विच, शब्द गुरबाणी विच भगत दी की परिभाषा है, भगत दी की थां है, क्योंकि मैं ज़्यादा समा इस लफ्ज़ ते लाना चाहना कि भगत तेरा मन भावंदे। गीता विच अर्था अर्थी भगत, आरत भगत, जग्यासू भगत ते ज्ञानी भगत, 4 तरह के भगतां का जिक्र है। चलो फिर मैं दोहरा देना कि आरत भगत 1, अर्था अर्थी 2, जग्यासू 3 ते ज्ञानी जिहड़ा वो 4। इहदे अर्थ भी कीते गए सूझवान सज्जणा वल्लों। आरत का अर्थ हुंदा दुखियारा, आरत का अर्थ आजिज भी हुंदा है। आरत भगत का अर्थ है कि इंसान भगती सिमरन शौक नाल नहीं करता। मान लो उहदे परिवार विच कोई कलह कलेश आ गया, उहदे शरीर नूं कोई रोग लग गया, जां दुनिया का कोई दुख मुसीबत पीड़ा उहदे ते आ गई, उस वक्त फिर वो प्रभु की शरण भी जाता है। वो जदों सारे पासे दरवाजे बंद हो जाते हैं, फिर वो दुखी होया बंदा अपने दुख की पीड़ा नूं खत्म कर ले, फिर दुख हरता प्रभु की शरण भी जाता है। गीता मुताबक वो आरत भगत है जो अपने दुख नूं लोड़ नूं लै के परमात्मा की प्रभु की भगती करता है। दूसरा है अर्था अर्थी भगत। ये वो भगत है, मान लो किसी इंसान का रोजी रिजक ਜਾਂ कारोबार नहीं चलता, ਉਹਨੂੰ दस दिता गया फलां फलां बंदा ਉਹਨੇ भगती की, ਉਹਦਾ ਕੰਮ बहुत चल गया, ਉਹਨੇ प्रभु की याद च बैठा, ਉਹਦੇ ਕੰਮ सारे रास आ गए। फिर वो परमात्मा की भगती कर लगता है, पर प्रभु नूं पाण लई नहीं। अर्था अर्थी का अर्थ धन दौलत व्यापार कारोबार फसल के लिए वो परमात्मा की भगती करता है।
ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ, ਜੇ ਅੱਜ ਧਰਮ ਅਸਥਾਨਾਂ ਤੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ, ਗੁਰਦੁਆਰਾ, ਮੰਦਰ, ਮਸਜਿਦ, ਚਰਚ, ਜਿੰਨੇ ਵੀ ਧਾਰਮਿਕ ਅਸਥਾਨ ਨੇ, ਮੇਰਾ ਖਿਆਲ ਉਹਦੇ ਵਿੱਚੋਂ 100 ਵਿੱਚੋਂ 99.9 ਬੰਦੇ ਤੁਹਾਨੂੰ ਉਹ ਮਿਲਣਗੇ ਜਿਹੜੇ ਸਿਰਫ ਪਰਮਾਤਮਾ ਦੇ ਕੋਲੋਂ ਧਨ ਦੌਲਤ ਮੰਗਣ ਵਾਸਤੇ ਜਾਂਦੇ ਨੇ, ਸਿਰਫ ਉਹ ਦੌਲਤ ਮੰਗਣ ਵਾਸਤੇ ਹੀ ਪਰਮਾਤਮਾ ਦੇ ਦਰ ਤੇ ਭਗਤੀ ਕਰਦੇ ਨੇ। ਮਹਾਰਾਜ ਜੀ ਨੇ ਕਿਹਾ ਉਹ ਅਰਥਾ ਅਰਥੀ ਭਗਤ, ਗੀਤਾ ਨੇ ਕਿਹਾ ਚਲੋ ਆਰਤ ਭਗਤ, ਅਰਥਾ ਅਰਥੀ ਭਗਤ। ਉਸ ਤੋਂ ਬਾਅਦ ਹੈ ਜਗਿਆਸੂ ਭਗਤ, ਜਿਹਦੇ ਅੰਦਰ ਇਹ ਜਗਿਆਸਾ ਹੈ, ਸੰਸਾਰ ਬੰਧਨ ਹੈ, ਸੰਸਾਰ ਜਨਮ ਮਰਨ ਦੁਖਦਾਈ ਹੈ, ਮੈਂ ਇਹਨਾਂ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਹੈ। ਐਸੇ ਭਗਤਾਂ ਬਾਰੇ ਇੱਕ ਜਗਿਆਸਾ ਪੈਦਾ ਜਿੰਨਾ ਚ ਹੋ ਗਈ, ਪਰ ਉਹਨਾਂ ਅੰਦਰ ਵੀ ਇਹ ਚਾਹ ਨਹੀਂ ਮੈਂ ਪ੍ਰਭੂ ਵਿੱਚ ਅਭੇਦ ਹੋਣਾ ਹੈ। ਉਹ ਹੈ ਗੀਤਾ ਮੁਤਾਬਕ ਜਗਿਆਸੂ ਭਗਤ। ਚੌਥਾ ਭਗਤ ਹੈ ਗਿਆਨੀ ਭਗਤ, ਜਿਹਦੇ ਅੰਦਰ ਆਤਮ ਤੱਤ ਦੀ ਪਹਿਚਾਨ ਦੀ ਲੋਚਾ ਹੈ, ਜਿਹੜਾ ਆਪਣੇ ਆਪ ਨੂੰ ਪਹਿਚਾਨਣਾ ਚਾਹੁੰਦਾ ਹੈ। ਖੈਰ ਉੱਥੇ 4 ਤਰ੍ਹਾਂ ਦੇ ਭਗਤ ਦੱਸੇ ਗਏ, ਪਰ ਗੁਰਮਤਿ ਵਿੱਚ ਜਦੋਂ ਅਸੀਂ ਪੜ੍ਹਨੇ ਹਾਂ ਤੇ ਇੱਥੇ ਭਗਤ ਦੀ ਜਿਹੜੀ ਪਰਿਭਾਸ਼ਾ, ਡੈਫੀਨੇਸ਼ਨ, ਲਕਸ਼ਣ ਗੁਰੂ ਗ੍ਰੰਥ ਸਾਹਿਬ ਦੱਸੇ ਗਏ, ਉਹ ਗੀਤਾ ਤੋਂ ਕੁਝ ਹਟ ਕੇ ਨੇ। ਤੇ ਮੇਰਾ ਖਿਆਲ ਸਾਨੂੰ ਗੁਰਬਾਣੀ ਦੇ ਵਿਸ਼ੇ ਤੇ ਮੈਂ ਇਸ ਕਰਕੇ ਇਹ ਜ਼ਿਕਰ ਕਰ ਦਿੱਤਾ, ਕਿਉਂਕਿ ਕਈ ਵਾਰੀ ਕਥਾ 'ਚ ਕਰਦੇ ਹਾਂ ਭਗਤਾਂ ਦੇ ਦਰਜਾ ਬਦਰਜਾ ਜ਼ਿਕਰ ਕੀਤਾ ਜਾਂਦਾ, ਪਰ ਗੁਰਬਾਣੀ ਨੇ, ਗੁਰਮਤ ਨੇ ਜਿਹੜੀ ਭਗਤ ਦੀ ਪਰਿਭਾਸ਼ਾ ਦਿੱਤੀ, ਭਗਤ ਦੇ ਲਕਸ਼ਣ ਦਿੱਤੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ, ਉਹਨਾਂ ਨੇ ਆਪਣੀ ਰਚਨਾ ਵਿੱਚ ਇਹ ਦੱਸਿਆ ਹੈ, ਜਿਨ੍ਹਾਂ ਦਾ ਮੁਕੰਮਲ ਨਾਮ ਹੈ ਫਰੀਦੁਦੀਨ ਮਾਸੂਦ ਸ਼ੱਕਰਗੰਜ। ਉਹਨਾਂ ਨੇ ਆਪਣੀ ਰਚਨਾ 'ਚ, ਸ਼ਲੋਕਾਂ 'ਚ ਪਰਮਾਤਮਾ ਦਾ ਭਗਤ ਜੋ ਹੈ ਉਹਦੇ ਬਾਹਰਮੁਖੀ 3 ਕਰਮ ਦੇਖ ਕੇ, ਹਾਲਾਂਕਿ ਭਗਤ ਦੇ ਅੰਦਰ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਪਰ 3 ਗੁਣ ਦੇਖ ਕੇ ਉਹਨਾਂ ਨੇ ਕਿਹਾ ਪਰਮਾਤਮਾ ਦਾ ਭਗਤ ਐਸਾ ਹੁੰਦਾ ਹੈ। ਪਹਿਲਾ ਉਸ ਦਾ ਗੁਣ ਇਹ ਵੇ ਕਿ ਪਰਮਾਤਮਾ ਦੇ ਭਗਤ ਕੋਲ ਅਕਲ, ਸਿਆਣਪ, ਅਨੁਭਵ ਦਾ, ਰੂਹਾਨੀਅਤ ਦੇ ਖਜ਼ਾਨੇ ਦਾ ਭੰਡਾਰਾ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਪਰਮਾਤਮਾ ਦਾ ਭਗਤ, ਪਰਮੇਸ਼ਵਰ ਦਾ ਪਿਆਰਾ, ਸੱਚ ਇਹ ਵੇ ਪ੍ਰਭੂ ਦੇ ਸਾਹਮਣੇ ਆਪਣੀ ਨਿਮਰਤਾ ਦੀ ਜ਼ਿੰਦਗੀ ਬਤੀਤ ਕਰਦਿਆਂ ਆਪਣੇ ਆਪ ਨੂੰ ਇਆਣਾ ਹੀ ਸਮਝਦਾ ਹੈ। ਗਿਆਨ ਉਸ ਕੋਲ ਬੜਾ ਹੈ, ਪਰ ਆਪਣੇ ਆਪ ਨੂੰ ਇਆਣਾ ਜਾਣਦਾ ਹੈ। ਦੂਸਰਾ, ਬਾਬਾ ਫਰੀਦ ਸਾਹਿਬ ਨੇ ਆਪਣੀ ਰਚਨਾ 'ਚ ਭਗਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਕੋਲ ਤਾਕਤ ਵੀ ਬਹੁਤ ਹੈ, ਸ਼ਕਤੀ ਬੜਾ ਤਾਣ ਹੈ ਉਹਦੇ ਕੋਲ, ਪਰ ਸਭ ਕੁਝ ਆਪਣੇ ਤਨ ਉੱਤੇ, ਪਿੰਡੇ ਉੱਤੇ ਜਰ ਜਾਂਦਾ ਹੈ, ਪਰ ਤਾਕਤ ਹੋਣ ਦੇ ਬਾਵਜੂਦ ਤਾਕਤ ਦਾ ਪ੍ਰਗਟਾਵਾ ਨਹੀਂ ਕਰਦਾ। ਤੀਸਰਾ ਭਗਤ ਦਾ ਗੁਣ ਹੈ ਕਿ ਉਹਦੇ ਅੰਦਰ ਵੰਡਣ ਦੀ ਬਿਰਤੀ, ਉਹਦੇ ਅੰਦਰ ਪਕੜ ਨਹੀਂ। ਇਹ ਮੈਂ ਫਿਰ ਬੇਨਤੀ ਦੁਬਾਰਾ ਕਰਾਂਗਾ, ਇਹਦਾ ਥੋੜ੍ਹਾ ਜਿਹਾ ਖੁਲਾਸਾ ਕਰ ਲਈ। ਉਸ ਕੋਲ ਥੋੜ੍ਹੀ ਤੋਂ ਥੋੜ੍ਹੀ ਵੀ ਵਸਤੂ ਹੋਵੇ, ਉਹਦੇ ਉੱਤੇ ਆਪਣਾ ਕਬਜ਼ਾ ਕਰਨ ਦੀ ਥਾਂ ਸੱਚ ਇਹ ਵੇ ਕਿ ਉਹ ਪ੍ਰਭੂ ਪਿਆਰੇ ਭਗਤ ਜਨ, ਸੰਤ ਜਨ, ਉਹਨਾਂ ਦੀ ਸੇਵਾ ਵਿੱਚ ਉਹਨੂੰ ਵੰਡ ਦਿੰਦਾ ਹੈ। ਇਉਂ ਕਹਿ ਲਵੋ ਕਿ ਗੁਰਬਾਣੀ ਵਿੱਚ ਭਗਤ ਦੇ ਜੀਵਨ ਦੀ ਪਰਿਭਾਸ਼ਾ ਹੈ। ਕੇਵਲ ਭਗਤ ਅੱਖਰ ਨੂੰ ਕੋਈ ਥਾਂ ਨਹੀਂ ਇੰਨੀ ਜੇ ਜੀਵਨ ਨਹੀਂ ਤਾਂ, ਕਿਉਂਕਿ ਗੁਰਬਾਣੀ ਵਿੱਚ ਜਿੰਨੇ ਵੀ ਪਵਿੱਤਰ ਸ਼ਬਦ ਵਰਤੇ ਨੇ, ਮੈਂ ਅਰਜ਼ ਕਰਾਂ ਹਰ ਸ਼ਬਦ ਦੇ ਪਿੱਛੇ ਜੀਵਨ ਹੈ। ਪਰ ਖੇਦ ਇਸ ਗੱਲ ਦਾ ਹੈ, ਅੱਜ ਗੁਰਬਾਣੀ ਦੇ ਸ਼ਬਦਾਂ ਨੂੰ ਵਰਤਿਆ ਲਿਆ ਜਾਂਦਾ ਹੈ, ਪਰ ਉਹਦੇ ਪਿਛਲਾ ਜਿਹੜਾ ਜੀਵਨ ਹੈ ਉਹਦੇ ਤੋਂ ਕਈ ਵਾਰੀ ਜਿਸ ਸਰੀਰ ਲਈ ਉਹ ਸ਼ਬਦ ਵਰਤਿਆ ਜਾਂਦਾ ਰੂਹਾਨੀਅਤ ਦਾ, ਉਹ ਉਹਦੇ ਤੋਂ ਵਿਰਵਾ ਹੁੰਦਾ ਉਹਨਾਂ ਗੁਣਾਂ ਤੋਂ। ਜਿਵੇਂ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਸੰਤ ਲਫ਼ਜ਼ ਅੱਜ ਬੜਾ ਪ੍ਰਚਲਿਤ ਹੈ, ਹਰ ਕੋਈ ਆਪਣੇ ਆਪ ਨੂੰ ਸੰਤ, ਤੇ ਖਾਸ ਕਰਕੇ ਸਾਡੇ ਸਿੱਖ ਧਰਮ 'ਚ ਇੱਕ ਪ੍ਰੋਫੈਸਰ ਸ਼ਬਦ ਤੇ ਦੂਜਾ ਸੰਤ ਸ਼ਬਦ ਪੂਰੇ ਸਿਖਰਾਂ ਤੇ ਟਕਰਾਓ ਵਿੱਚ ਨੇ। ਮੈਂ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਜੇ ਦੇਖੋ ਤੇ ਸੰਤ ਲਿਬਾਸ ਦਾ ਨਾਮ ਨਹੀਂ, ਸੰਤ ਕਿਸੇ ਸੰਪਰਦਾ ਨਾਲ ਜੁੜੇ ਹੋਏ ਇਨਸਾਨ ਦਾ ਨਾਮ ਨਹੀਂ। ਸੰਤ ਲਫ਼ਜ਼ ਇਹ ਤਾਂ ਇੱਕ ਜੀਵਨ ਹੈ, ਉਹ ਪਵਿੱਤਰ ਜੀਵਨ ਜਿਹਦਾ ਇੱਕ ਸ਼ਬਦ ਕਹਿ ਨਾਲ
ਪਰਮਾਤਮਾ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਵੀ ਬਖਸ਼ ਦੇਵੇ। ਫਿਰ ਬੇਨਤੀ ਸੁਣੋ, ਸੰਤ ਉਹ ਜਿਹਦੇ ਇੱਕ ਲਫ਼ਜ਼ ਨਾਲ ਕਰੋੜਾਂ ਪਾਪੀ ਛੁੱਟ ਜਾਣ, ਉਹਨੂੰ ਸੰਤ ਕਿਵੇਂ ਕਹਿ ਦਿਆਂਗੇ ਜਿਹੜਾ ਸੰਤ ਲਫ਼ਜ਼ ਦੇ ਥੱਲੇ ਕਰੋੜਾਂ ਪਾਪ ਕਰਦਾ ਹੋਵੇ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਨੇ ਕਿ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਉਹਦੇ ਕੋਲ ਇੰਨੀ ਸਮਰੱਥਾ ਹੈ, ਕੋਟ ਕੋਟ ਅਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਸੰਤ ਉਹ ਜਿਨ੍ਹੇ ਮਾਇਆ ਨੂੰ ਛਾਲਿਆ ਹੈ, ਪਰ ਅਫਸੋਸ ਜਿਨ੍ਹਾਂ ਨੂੰ ਮਾਇਆ ਛਲ ਕੇ ਲੈ ਜਾਓ, ਉਹਦੇ ਲਈ ਲਫ਼ਜ਼ ਸੰਤ ਕਿਵੇਂ ਹੈ। ਮੈਂ ਬੇਨਤੀ ਕਰਾਂਗੇ, ਇਸੇ ਤਰ੍ਹਾਂ ਬ੍ਰਹਮ ਗਿਆਨੀ ਲਫ਼ਜ਼ ਹੈ, ਅਸੀਂ ਵਰਤਨੇ ਹਾਂ, ਪਰ ਬ੍ਰਹਮ ਗਿਆਨੀ ਲਫ਼ਜ਼ ਜਿਸ ਨੂੰ ਪਰਮਾਤਮਾ ਨੇ ਇਹ 3 ਬਖਸ਼ਾਂ ਦੇ ਦਿੱਤੀਆਂ, ਜਿਹਦੇ ਮੁਖ ਵਿੱਚ ਨਾਮ, ਜਿਹਦੇ ਮਨ ਵਿੱਚ ਪ੍ਰਭੂ ਦਾ ਵਿਸ਼ਰਾਮ, ਤੇ ਜਿਹਦੇ ਨੇਤਰਾਂ ਵਿੱਚ ਕੇਵਲ ਪਰਮਾਤਮਾ ਨੇ ਸਮਦ੍ਰਿਸ਼ਟੀ ਆਪਣੀ ਝਲਕ ਦਿੱਤੀ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਖੈਰ, ਮੈਂ ਆਪਣੇ ਵਿਸ਼ੇ ਵਿੱਚ ਰਹਾ ਭਗਤ ਕੌਣ ਹੈ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਭਗਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਸਾਹਿਬ ਨੇ ਦਿੱਤੀ, ਕਿਉਂਕਿ ਅਸੀਂ ਇਸ ਤੁਕ ਦੇ ਅਰਥ ਕਰ ਰਹੇ ਹਾਂ, ਭਗਤ ਤੇਰਾ ਮਨ ਭਾਵਦੇ। ਹਜ਼ੂਰ ਨੇ ਫਰਮਾਇਆ, ਮਤ ਖੁੰਦੀ ਹੋਏ ਇਆਣਾ। ਭਗਤ ਉਹ ਹੈ ਜਿਸ ਨੂੰ ਪਰਮਾਤਮਾ ਨੇ ਅੰਦਰ ਦੀ ਬਹੁਤ ਉੱਚੀ ਮਤ ਦਿੱਤੀ ਹੈ। ਮਤ ਹੋਣ ਦੇ ਬਾਵਜੂਦ ਉਹ ਇਆਣੇ ਦਾ ਅਰਥ ਇਹ ਨਹੀਂ ਕਿ ਉਹਨੂੰ ਸਮਝ ਕੋਈ ਨਹੀਂ, ਉਹ ਨਿਮਰਤਾ ਵਿੱਚ। ਇੱਥੇ ਮੈਂ ਬੇਨਤੀ ਕਰਾਂਗਾ, ਇਆਣੇ ਦਾ ਅਰਥ ਬੱਚਾ, ਉਹਦੇ ਬੜੇ ਗੁਣ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਦੋਂ ਕਰਦੇ ਹੋ, ਬਹੁ ਹਿੱਸੇ ਵਿੱਚ ਪ੍ਰਭੂ ਦੇ, ਵਾਹਿਗੁਰੂ ਦੇ, ਪਰਮਾਤਮਾ ਦੇ ਸਨਮੁਖ ਖਲੋ ਕੇ ਇੱਕ ਬੱਚਾ ਬਣ ਕੇ ਅਰਦਾਸ ਕੀਤੀ ਗਈ। ਜਿਵੇਂ ਅਸੀਂ ਅਰਦਾਸ ਵਿੱਚ ਵੀ ਕਹਿੰਦੇ ਹਾਂ, ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਗੁਰੂ ਅਰਜੁਨ ਦੇਵ ਜੀ ਨੇ ਲਫ਼ਜ਼ ਬਾਰਿਕ ਵਰਤਿਆ, ਬੱਚਾ। ਜਿਵੇਂ ਕਬੀਰ ਸਾਹਿਬ ਦੇ ਬੋਲ ਨੇ, ਰਾਮਈਆ ਹਉ ਬਾਰਿਕ ਤੇਰਾ, ਮੈਂ ਤੇਰਾ ਬੱਚਾ ਹਾਂ। ਜਿਵੇਂ ਸਤਿਗੁਰੂ ਦੇ ਬਚਨ ਅਸੀਂ ਪੜ੍ਹਨੇ ਹਾਂ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। ਆਪਣੇ ਆਪ ਨੂੰ ਬੱਚਾ ਕਿਹਾ। ਇਹ ਇਆਣੇ ਦਾ ਅਰਥ ਇਹ ਨਹੀਂ ਕਿ ਉਹਨੂੰ ਸਮਝ ਕੋਈ ਨਹੀਂ। ਇੱਥੇ ਅਸੀਂ ਇਆਣੇ ਦਾ ਅਰਥ ਇਉਂ ਲਾਂਗੇ, ਬੱਚੇ ਅੰਦਰ ਕਪਟ ਕੋਈ ਨਹੀਂ, ਉਹਨੇ ਕਪਟ ਹੈ। ਬੱਚੇ ਅੰਦਰ ਛਲ ਫਰੇਬ ਧੋਖਾ ਕੋਈ ਨਹੀਂ, ਉਹ ਨਿਰਛਲ ਹੈ। ਬੱਚੇ ਅੰਦਰ ਮੈਲ ਕੋਈ ਨਹੀਂ, ਉਹ ਨਿਰਮਲ ਹੈ। ਬੱਚਾ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਇੱਥੇ ਮਤ ਹੁੰਦੀ ਹੋਏ ਇਆਣਾ, ਭਗਤ ਦਾ ਪਹਿਲਾ ਲਕਸ਼ਣ ਇਹਵੇ, ਉਹ ਮੈਲ ਤੋਂ ਰਹਿਤ ਹੈ ਬੱਚੇ ਦੀ ਤਰ੍ਹਾਂ। ਸੱਚ ਇਹਵੇ ਕਿ ਉਹਦੇ ਅੰਦਰ ਕਪਟ ਕੋਈ ਨਹੀਂ, ਨਿਕਪਟ ਹੈ। ਉਹਦੇ ਅੰਦਰ ਛਲ ਫਰੇਬ ਕੋਈ ਨਹੀਂ, ਉਹ ਨਿਰਛਲ ਹੈ। ਇੱਥੇ ਪਹਿਲਾ ਬਚਨ ਕਿਹਾ, ਮਤ ਹੁੰਦੀ ਹੋਏ ਇਆਣਾ। ਦੂਸਰਾ ਭਗਤ ਦਾ ਲਕਸ਼ਣ ਹੈ ਕਿ ਤਾਣ ਹੁੰਦਾ ਹੋਏ ਨਿਤਾਣਾ। ਉਸ ਕੋਲ ਤਾਕਤ ਹੈ, ਪਰ ਬਿਲਕੁਲ ਨਿਤਾਣਾ ਬਣ ਕੇ ਨਿਮਰਤਾ 'ਚ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਤੀਸਰਾ ਲਕਸ਼ਣ ਅਣ ਹੁੰਦਾ ਆਪ ਵੰਡਾਏ। ਅਣ ਹੁੰਦਾ ਦਾ ਅਰਥ ਕਿ ਜਿਸ ਕੋਲ ਕੁਛ ਦੇਣ ਨੂੰ ਨਹੀਂ, ਪਰ ਉਹ ਕੁਛ ਨਾ ਹੁੰਦਿਆਂ ਹੋਇਆਂ ਵੀ ਥੋੜ੍ਹੇ ਤੋਂ ਥੋੜ੍ਹੀ ਚੀਜ਼ ਉਹਦੇ ਕੋਲ ਹੋਵੇ, ਉਹ ਵੀ ਵੰਡ ਕੇ ਦੇ ਦਿੰਦਾ ਹੈ। ਦਾਸ ਨੇ ਤਾਂ ਇੱਕ ਵਾਰ ਅਰਜ਼ ਕੀਤੀ ਸੀ ਕਿ ਜਦੋਂ ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਿੱਧ ਮਿਲਦੇ ਨੇ, ਉਹ ਹਜ਼ੂਰ ਨੂੰ ਉਹਨਾਂ ਦੇ ਸਿਧਾਂਤ ਬਾਰੇ, ਉਹਨਾਂ ਦੀ ਸਿੱਖਿਆ ਬਾਰੇ ਪੁੱਛਦੇ ਨੇ, ਤੇ ਗੁਰੂ ਨਾਨਕ ਸਾਹਿਬ 3 ਗੱਲਾਂ ਤੇ ਜ਼ੋਰ ਦਿੰਦੇ ਨੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਹ ਲਫ਼ਜ਼ ਨੇ ਕਿ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਿੱਧਾ ਨੇ ਇੱਕ ਤਰਕ ਕਰ ਦਿੱਤਾ, ਕਹਿੰਦੇ ਨੇ ਕਿਰਤ ਤਾਂ ਚਲੋ ਠੀਕ ਹੈ, ਕੰਮ ਕਰਨਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਨੇ ਇਸ ਗੱਲ ਦਾ ਰੱਜ ਕੇ ਵਿਰੋਧ ਕੀਤਾ, ਦਵੈਸ਼ ਵਿੱਚ ਵਿਰੋਧ ਨਹੀਂ, ਇਸ ਗੱਲ ਤੋਂ ਵਰਜਿਆ ਕਿ ਤੁਸੀਂ ਇੱਕ ਪਾਸੇ ਗ੍ਰਸਤੀਆਂ ਦੀ ਨਿੰਦਿਆ ਕਰਦੇ ਹੋ, ਜਿਨ੍ਹਾਂ ਦੀ ਨਿੰਦਿਆ ਕਰਦੇ ਹੋ ਉਹਨਾਂ ਦੀ ਰੋਟੀ ਖਾ ਰਹੇ ਹੋ। ਸਾਹਿਬ ਦੇ ਬੋਲ ਵੀ ਨੇ,
ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ, ਹੋਏ ਅਤੀਤ ਗ੍ਰਿਸ਼ਤ ਤਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ। ਜਿਨ੍ਹਾਂ ਨੂੰ ਤੁਸੀਂ ਚਿੱਕੜ ਕਹਿ ਰਹੇ ਹੋ, ਉਹਨਾਂ ਦੇ ਘਰ ਅੱਗੇ ਚਿੱਪੀਆਂ ਖੱਪਰ ਖੜੇ ਕਰਕੇ ਖਲੋ ਕੇ ਤੁਸੀਂ ਮੰਗ ਰਹੇ ਹੋ। ਉੱਥੇ ਉਹਨਾਂ ਕਿਹਾ ਚਲੋ ਕਿਰਤ ਠੀਕ ਹੈ, ਨਾਮ ਜਪਣਾ ਅਸੀਂ ਸਹਿਮਤ ਹਾਂ, ਪਰ ਵੰਡ ਕੇ ਛਕਣਾ ਇਹ ਕਿਵੇਂ ਹੋ ਸਕਦਾ? ਮੈਂ ਬੇਨਤੀ ਤਾਂ ਕੀਤੀ, ਭਗਤ ਕੌਣ ਹੈ? ਉਹਨਾਂ ਨੇ ਆਪਣੇ ਵੱਲੋਂ ਇੱਕ ਤਿਲ ਦਿੱਤਾ। ਚਲੋ ਸਿੱਖ ਜਗਤ ਇਸ ਸਾਖੀ ਤੋਂ, ਇੱਕ ਇਤਿਹਾਸ ਤੋਂ ਜਾਣੂ ਹੈ, ਪਰ ਪ੍ਰਕਰਨ ਚੱਲ ਰਿਹਾ, ਮੈਂ ਤਾਂ ਹੀ ਕਹਿ ਰਿਹਾ। ਇੱਕ ਨਿੱਕਾ ਜਿਹਾ ਤਿਲ ਦੇ ਕੇ ਕਹਿੰਦੇ ਨੇ ਕਿ ਬਾਬਾ ਇਹ ਤਿਲ ਸਾਨੂੰ ਵੰਡ ਕੇ ਦਿਖਾ। ਸੱਚੇ ਪਾਤਸ਼ਾਹ ਉਹ ਤਿਲ ਲੈ ਲਿਆ, ਨਾਲ ਕਿਹਾ ਮਰਦਾਨਿਆਂ ਜਾ ਆ ਪਾਤਰ, ਇਹ ਖੱਪਰ, ਆ ਬਰਤਨ ਪਾਣੀ ਦਾ ਭਰ ਲਿਆ। ਭਾਈ ਮਰਦਾਨਾ ਸਾਹਿਬ ਪਾਣੀ ਲੈ ਕੇ ਆਏ। ਹਜ਼ੂਰ ਨੇ ਉਸ ਤਿਲ ਨੂੰ ਪੱਥਰ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਪੀਸ ਦਿੱਤਾ। ਪੀਸੇ ਹੋਏ ਪੱਥਰ ਦੇ ਉੱਪਰ ਜਿਹੜਾ ਤਿਲ ਪੀਸਿਆ ਹੈ ਉਹਨੂੰ ਪਾਣੀ ਵਿੱਚ ਘੋਲ ਦਿੱਤਾ ਤੇ ਸਿੱਧਾ ਨੂੰ ਕਿਹਾ ਲਿਆਓ, ਚੁਲੀ ਚੁਲੀ ਸਾਰੇ ਛਕ ਲਓ, ਕਿਉਂਕਿ ਉਹ ਤਿਲ ਸਾਰੇ ਪਾਣੀ ਵਿੱਚ ਸਮਾ ਗਿਆ ਹੈ। ਜੇ ਵੰਡਣ ਦੀ ਅੰਦਰ ਦੀ ਬਿਰਤੀ ਹੋਵੇ ਤੇ ਛੋਟੇ ਛੋਟਾ ਤਿਲ ਵੀ ਵੰਡ ਕੇ ਖਾਇਆ ਜਾ ਸਕਦਾ ਹੈ। ਮਹਾਰਾਜ ਜੀ ਦੇ ਬੋਲ ਕਿ ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਜਿਹਦੇ ਵਿੱਚ ਇਹ ਤਿੰਨ ਗੁਣ ਨੇ, ਉਹ ਭਗਤ। ਤੇ ਮੈਂ ਇਸ ਤੁਕ ਤੇ ਆ ਰਿਹਾ, ਭਗਤ ਤੇਰਾ ਮਨ ਭਾਮਦੇ। ਲਫ਼ਜ਼ ਸਿਰਫ ਅਜੇ ਭਗਤ ਦੀ ਵਿਆਖਿਆ ਕਰ ਰਹੇ, ਜਿਹਦੇ ਕੋਲ ਤਿੰਨ ਗੁਣ ਨੇ। ਅਗਲੀ ਬੇਨਤੀ, ਗੁਰੂ ਅਮਰਦਾਸ ਮਹਾਰਾਜ, ਉਹਨਾਂ ਦੇ ਅੰਮ੍ਰਿਤ ਬੋਲ ਆਨੰਦ ਸਾਹਿਬ ਜਦੋਂ ਅਸੀਂ ਪੜ੍ਹਨੇ ਹਾਂ, ਹਜ਼ੂਰ ਨੇ ਇੱਕ ਪੂਰੀ ਪੌੜੀ ਭਗਤਾਂ ਦੇ ਜੀਵਨ ਚਰਿਆ ਤੇ, ਭਗਤਾਂ ਦੇ ਕਰੈਕਟਰ ਤੇ, ਭਗਤ ਦੀ ਜ਼ਿੰਦਗੀ ਦੇ ਜਿਹੜੇ ਲੱਛਣ ਨੇ ਉਹਦੇ ਬਾਰੇ ਦਿੱਤੀ ਹੈ। ਉਹ ਅਸਲ 'ਚ ਪੌੜੀ ਹੈ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗੋ ਜੁਗ ਨਿਰਾਲੀ। ਇਹਦਾ ਭਾਵ ਅਰਥ ਕੀ ਹੈ ਕਿ ਭਗਤਾਂ ਦੀ ਜਿਹੜੀ ਚਾਲ ਹੈ ਉਹ ਸੰਸਾਰ ਤੋਂ ਨਿਰਾਲੀ ਦਾ ਅਰਥ ਨਿਆਰੀ ਹੈ, ਵੱਖਰੀ ਹੈ। ਹੁਣ ਇੱਥੇ ਚਾਲ ਦਾ ਅਰਥ ਪੈਰਾਂ ਨਾਲ ਚੱਲਣ ਦੀ ਕਿਰਿਆ ਨਹੀਂ ਕਰਾਂਗੇ ਅਸੀਂ। ਹਾਲਾਂਕਿ ਜਦੋਂ ਚਾਲ ਲਫ਼ਜ਼ ਆਉਂਦਾ ਹੈ ਤੇ ਸਾਡਾ ਧਿਆਨ ਪੈਰਾਂ ਨਾਲ ਚੱਲਣ ਦੀ ਕਿਰਿਆ ਵੱਲ ਹੈ। ਨਹੀਂ, ਇੱਥੇ ਚਾਲ ਦਾ ਅਰਥ ਹੈ ਜੀਵਨ ਜਾਚ। ਚਾਲ ਦਾ ਅਰਥ ਉਹਨਾਂ ਦੀ ਰੋਜ਼ਮर्रा ਜ਼ਿੰਦਗੀ ਕੀ ਹੈ। ਇਹਨੂੰ ਇਉਂ ਕਹਿ ਲਵਾਂ, ਜਿਵੇਂ ਅਸੀਂ ਬਾਣੀ 'ਚ ਇੱਕ ਸ਼ਬਦ ਪੜ੍ਹਨੇ ਹਾਂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲੈ ਗੁਰ ਚਾਲੀ। ਉੱਥੇ ਚਾਲੀ ਦਾ ਅਰਥ ਹੈ ਜੀਵਨ ਜੀਣ ਦਾ ਤਰੀਕਾ, ਢੰਗ। ਜਾਂ ਅਸੀਂ ਬਾਣੀ 'ਚ ਪੜ੍ਹਨੇ ਹਾਂ ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰ ਚਾਲੀ ਮੇਰੇ ਕਹਿਣ ਤੋਂ ਮੁਰਾਦ ਚਾਲ ਦਾ ਅਰਥ ਹੈ ਜੀਵਨ ਦੀ ਰਹਿਤ, ਭਗਤਾਂ ਦੀ ਰਹਿਤ, ਭਗਤਾਂ ਦੀ ਜ਼ਿੰਦਗੀ ਦਾ ਜੀਣ ਦਾ ਢੰਗ ਸੰਸਾਰੀ ਲੋਕਾਂ ਤੋਂ ਕੁਝ ਵੱਖਰਾ ਹੈ। ਭਗਤਾਂ ਕੀ ਚਾਲ ਨਿਰਾਲੀ ਦਾ ਅਰਥ ਹੋ ਗਿਆ ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਉਹ ਰਸਤਾ ਦੁਨੀਆਦਾਰਾਂ ਵਾਲਾ ਨਹੀਂ, ਉਹ ਰਸਤਾ ਬੜਾ ਬਿਖਮ ਹੈ। ਭਗਤ ਦੀ ਚਾਲ, ਭਗਤ ਦੀ ਰਹਿਣੀ ਬੜੀ ਮੁਸ਼ਕਲ ਹੈ। ਕਿਵੇਂ ਮੁਸ਼ਕਲ ਹੈ ਜੀ? ਭਗਤਾਂ ਕੀ ਚਾਲ ਨਿਰਾਲੀ, ਚਾਲਨਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚਰਨਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਹੁਣ ਆਹ ਜਿਹੜੀ ਤੁਕ ਹੈ ਇਹਦੇ ਵਿੱਚ ਹੀ ਹੈ ਕਿ ਬਿਖਮ ਕਿਉਂ ਹੈ, ਇਹ ਕਿਉਂ ਔਖੀ ਹੈ। ਉਹਦੇ ਵਿੱਚ ਮਹਾਰਾਜ ਜੀ ਨੇ ਜਿਹੜੇ ਸ਼ਬਦ ਵਰਤੇ ਨੇ, ਲੱਭ ਲੋਭ, ਜ਼ਬਾਨ ਦਾ ਚਸਕਾ, ਪਦਾਰਥਾਂ ਦਾ ਲਾਲਚ, ਮਨ ਦੀ ਤ੍ਰਿਸ਼ਨਾ, ਇਹ ਸਭ ਕੁਝ ਛੱਡ ਕੇ ਆਪਣੇ ਅੰਤਰ ਆਤਮੇ ਸਿਰਫ ਪ੍ਰਭੂ ਦੀ ਭਗਤੀ ਵੀ ਜੁੜੇ ਰਹਿਣਾ, ਬੰਦਗੀ ਵੀ ਜੁੜੇ ਰਹਿਣਾ। ਪਿਆਰਿਓ, ਸੱਚ ਇਹ ਵੇ ਕਿ ਭਗਤ ਅੰਦਰ ਕੋਈ ਵੀ ਵਾਸ਼ਨਾ ਦਾ ਫੁਰਨਾ ਨਹੀਂ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਹੰਕਾਰ ਨੂੰ ਛੱਡ ਦਿੱਤਾ, ਤ੍ਰਿਸ਼ਨਾ ਨੂੰ ਛੱਡ ਦਿੱਤਾ। ਤੇ ਤ੍ਰਿਸ਼ਨਾ ਦਾ ਅਰਥ ਕੇਵਲ ਪਦਾਰਥ ਨਹੀਂ। ਦਾਸ ਤਾਂ ਕਈ ਵਾਰੀ ਕਹਿੰਦਾ ਹੈ ਕਿ ਦੇਖੋ, ਧਨ ਦੀ ਵੀ ਇੱਕ ਤ੍ਰਿਸ਼ਨਾ ਹੈ,
ਜ਼ਬਾਨ ਦੀ ਵੀ ਇੱਕ ਤ੍ਰਿਸ਼ਨਾ ਹੈ, ਅੱਖਾਂ ਦੀ ਵੀ ਇੱਕ ਤ੍ਰਿਸ਼ਨਾ ਹੈ, ਸਾਡੇ ਕੰਨਾਂ ਦੀ ਵੀ ਇੱਕ ਤ੍ਰਿਸ਼ਨਾ ਹੈ। ਸੱਚ ਇਹ ਵੇ ਕਿ ਵਾਸ਼ਨਾਵਾਂ ਕਾਮ ਦੀ ਇੱਕ ਬੜੀ ਵੱਡੀ ਤ੍ਰਿਸ਼ਨਾ ਹੈ। ਸਤਿਗੁਰੂ ਕਹਿੰਦੇ ਨੇ ਭਗਤ ਹੋਵੇ ਜਿਹੜਾ ਹਰ ਤਰ੍ਹਾਂ ਦੀ ਤ੍ਰਿਸ਼ਨਾ ਤੋਂ ਮੁਕਤ ਹੋ ਗਿਆ। ਉਹਦੇ ਨੇਤਰਾਂ ਦੀ, ਉਹਦੇ ਕੰਨਾਂ ਦੀ, ਉਹਦੀ ਜ਼ਬਾਨ ਦੀ, ਉਹਦੇ ਵੀ ਕਿਸੇ ਇੰਦਰੇ ਦੀ ਤ੍ਰਿਸ਼ਨਾ ਹੈ ਹੀ ਨਹੀਂ। ਤ੍ਰਿਸ਼ਨਾ ਤੋਂ ਰਹਿਤ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ। ਹੰਕਾਰ ਨਾਮ ਦੀ ਉਹਦੇ ਕੋਲ ਚੀਜ਼ ਹੀ ਨਹੀਂ। ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ। ਮਹਾਰਾਜ ਕਹਿੰਦੇ ਨੇ ਖੰਨਿਓ ਤਿੱਖੀ, ਪਰ ਇਹ ਭਗਤ ਲਫ਼ਜ਼ ਵਰਤ ਲੈਣਾ ਬੜਾ ਸੌਖਾ ਹੈ। ਖੰਨਿਓ ਤਿੱਖੀ, ਖੰਨਿਓ ਦਾ ਅਰਥ ਹੈ ਖੰਡਾ। ਇਹ ਖੰਡੇ ਨਾਲੋਂ ਜ਼ਿਆਦਾ ਤਿੱਖਾ ਮਾਰਗ ਹੈ ਭਗਤੀ ਦਾ। ਵਾਲੋਂ ਨਿੱਕੀ, ਵਾਲ ਤੋਂ ਵੱਧ ਬਰੀਕ ਹੈ। ਏਡੇ ਬਰੀਕ ਵਾਲ ਉੱਤੇ ਕਦੀ ਕੋਈ ਚੱਲਦਾ ਦੇਖੇ? ਮਹਾਰਾਜ ਕਹਿੰਦੇ ਨੇ ਖੰਡੇ ਨਾਲੋਂ ਤਿੱਖੀ, ਵਾਲ ਨਾਲੋਂ ਬਰੀਕ ਏਤ ਮਾਰਗ ਜਾਣਾ। ਜਿਹੜਾ ਇਸ ਰਸਤੇ ਤੇ ਚੱਲਦਾ ਹੈ, ਖੰਡੇ ਦੀ ਧਾਰ ਤੇ ਚੱਲਣਾ, ਵਾਲ ਦੀ ਤਾਰ ਤੇ ਚੱਲਣਾ। ਇਹਨੂੰ ਇਉਂ ਕਹਿ ਲਈਏ ਕਿ ਮਹਾਨ ਦਰਵੇਸ਼ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ ਕਿ ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸੰਭਾਰ ਸਵੇਰਾ। ਮਹਾਰਾਜ ਕਹਿੰਦੇ ਨੇ ਉਹ ਹੈ ਭਗਤ ਜਿਹੜਾ ਹਰ ਤਰ੍ਹਾਂ ਦੀ ਵਾਸ਼ਨਾ ਤੋਂ ਮੁਕਤ ਹੈ। ਅੱਗੇ ਮੈਂ ਅਰਜ਼ ਕਰਾਂਗਾ ਉਹ ਭਗਤ ਕੈਸੇ। ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ। ਜਿਨ੍ਹਾਂ ਨੇ ਕੌਮੇ ਤਿਆਗ ਦਿੱਤੀ, ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ਼ਨਾ ਸਮਾਣੀ ਉਹਨਾਂ ਅੰਦਰ। ਇੱਥੇ ਲਫ਼ਜ਼ ਆਇਆ ਵਾਸ਼ਨਾ, ਨਾਲ ਹੈ ਹਰ, ਹਰ ਵਾਸ਼ਨਾ ਸਮਾਣੀ। ਕਈ ਸੱਜਣ ਚਲੋ ਅਰਥ ਕਰ ਦਿੰਦੇ ਨੇ ਕਿ ਉਹਨਾਂ ਦੀ ਵਾਸ਼ਨਾ ਖਰੀ ਦੇ ਨਾਮ ਵੀ ਸਮਾ ਗਏ, ਪਰ ਹਰ ਵਾਸ਼ਨਾ ਸਮਾਣੀ ਉਹਨਾਂ ਭਗਤੀ ਕਰਨ ਵਾਲਿਆਂ ਦੇ ਅੰਦਰ ਦੁਨੀਆ ਦੀ ਵਾਸ਼ਨਾ ਨਹੀਂ। ਉਹਨਾਂ ਅੰਦਰ ਸੱਚ ਇਹ ਕਿ ਪਰਮਾਤਮਾ ਦੇ ਨਾਮ ਦੀ ਸੁਗੰਧੀ, ਪਰਮੇਸ਼ਵਰ ਦੇ ਨਾਮ ਦੀ ਮਹਿਕ ਉਹਨਾਂ ਦੇ ਸਰੀਰ ਵਿੱਚੋਂ ਲੱਗ ਪੈਂਦੀ ਹੈ। ਹਰ ਵਾਸ਼ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ। ਇਹੋ ਜਿਹੇ ਨੇ ਭਗਤ। ਮਹਾਰਾਜ ਨੇ ਬਾਣੀ 'ਚ ਆਓ ਥੋੜ੍ਹਾ ਜਿਹਾ ਹੋਰ ਦੇਖੀ। ਜਿਹੜਾ ਭਗਤ ਹੈ, ਜਿਹੜਾ ਸੱਚਮੁੱਚ ਉਹਦੇ ਦਰ ਤੇ ਡਿੱਗ ਪਿਆ, ਤੇ ਬਚਨ ਹੈ ਭਗਤ ਤੇਰਾ ਮਨ ਭਾਮਦੇ, ਦਰ ਸੋਹਨ ਕੀਰਤ ਗਾਮਦੇ। ਜਿਹੜੇ ਤੇਰੇ ਦਰ ਦੇ ਉੱਪਰ ਕੀਰਤੀ ਕਰਦੇ ਨੇ, ਤੇਰੀ ਸਿਫਤ ਕਰਦੇ ਨੇ, ਸੋਹੰਦੇ ਨੇ, ਸੋਹਣ ਦਾ ਅਰਥ ਚੰਗੇ ਲੱਗਦੇ ਨੇ, ਸ਼ੋਭਨੀਕ ਨੇ, ਉਹ ਭਗਤ ਤੇਰੇ ਮਨ ਨੂੰ ਭਾ ਗਏ, ਉਹ ਤੈਨੂੰ ਚੰਗੇ ਲੱਗਦੇ ਨੇ। ਹੁਣ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ ਇਸ ਲਫ਼ਜ਼ ਵਿੱਚੋਂ ਅੱਗੇ ਨਿਕਲ ਕੇ ਕਿ ਦਰ ਤੇ ਕੀਰਤੀ ਕਰਨੀ। ਦਰ ਲਫ਼ਜ਼ ਬੜੇ ਕਮਾਲ ਦਾ ਹੈ। ਦੇਖੋ, ਭਗਤ ਤੇਰਾ ਮਨ ਭਾਮਦੇ, ਦਰ ਸੋਹਣ ਕੀਰਤ ਗਾਮਦੇ। ਦਰ ਦਾ ਅਰਥ ਦਰਵਾਜ਼ਾ, ਦਰ ਦਾ ਅਰਥ ਦਹਲੀਜ਼ ਵੀ ਕਰ ਲੈਂਦੇ। ਫਰਕ ਹੈ। ਦੁਨੀਆਦਾਰ ਬੰਦਾ ਬਾਦਸ਼ਾਹ ਦੇ ਦਰਵਾਜ਼ਿਆਂ ਤੇ ਖਲੋ ਕੇ ਸਿਫਤਾਂ ਕਰਦਾ, ਉਹ ਦੁਨੀਆਦਾਰ ਦੇ ਬੂਹੇ ਤੇ ਜਾ ਕੇ ਉਹਦੀਆਂ ਮਿੰਨਤਾਂ ਕਰਦਾ। ਪਰ ਸੱਚ ਇਹ ਵੇ ਕਿ ਪਰਮਾਤਮਾ ਦਾ ਭਗਤ ਸਿਰਫ ਤੇ ਸਿਰਫ ਜੇ ਕਿਤੇ ਝੁਕਦਾ ਹੈ ਤੇ ਪਰਮਾਤਮਾ ਦੇ ਦਰ ਦੇ ਉੱਪਰ ਹੀ ਉਹਦੀ ਸਿਫਤ ਕਰਦਾ ਹੈ। ਕਿਉਂ? ਜਿਹੜੇ ਬਾਦਸ਼ਾਹਾਂ ਦੇ ਦਰ ਨੇ, ਅਮੀਰਾਂ ਦੇ ਦਰ ਨੇ, ਇਉਂ ਕਹਿ ਲਵੋ ਕਿ ਵੱਡੇ ਵੱਡੇ ਤਾਕਤ ਵਾਲਿਆਂ ਦੇ ਦਰ ਨੇ, ਉਸ ਦਰ ਤੋਂ ਲੋਕਾਂ ਨੂੰ ਧੱਕੇ ਪੈਂਦੇ ਹੁੰਦੇ ਆ। ਉਸ ਦਰ ਤੋਂ ਲੋਕਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ। ਕਈ ਵਾਰੀ ਉਸ ਦਰ ਤੇ ਬੈਠਿਆ ਹੋਇਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ। ਪਰ ਪਰਮਾਤਮਾ ਦਾ ਦਰ ਐਸਾ ਹੈ ਜਿਹਦੇ ਘਰ ਦਾ ਦਰਵਾਜ਼ਾ ਕਦੀ ਵੀ ਕਿਸੇ ਵਾਸਤੇ ਬੰਦ ਨਹੀਂ ਹੁੰਦਾ। ਮੇਰੇ ਮਨ 'ਚ ਅੱਜ ਆਇਆ ਜਦੋਂ ਦਰ ਲਫ਼ਜ਼ ਆਇਆ ਤੇ ਕਬੀਰ ਸਾਹਿਬ ਦਾ ਇੱਕ ਬੋਲ ਹੈ, ਕਬੀਰ ਜਹ ਦਰ ਆਵਤ ਜਾਤ ਹੋ, ਹਟਕੈ ਨਾਹੀ ਕੋਏ। ਕਮਾਲ ਦੇ ਬਚਨ। ਜਿਸ ਦਰਵਾਜ਼ੇ ਤੇ ਗਿਆ ਕਦੀ ਕੋਈ ਰੋਕਦਾ ਨਹੀਂ। ਜਿੰਨੀ ਵਾਰੀ ਮਰਜ਼ੀ ਜਾ ਕੇ ਮੱਥਾ ਟੇਕੋ, ਜਿੰਨੀ ਵਾਰੀ ਮਰਜ਼ੀ ਮਾਲਕ ਦੇ ਬੂਹੇ ਤੇ ਡਿੱਗੋ। ਕਬੀਰ ਜਹ ਦਰ ਆਵਤ ਜਾਤ ਹੋ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਜਿਹੜਾ ਦਰ ਐਸਾ ਹੈ ਜਿੱਥੇ ਕੋਈ ਰੁਕਾਵਟ ਨਹੀਂ, ਕੋਈ ਅਟਕਦਾ ਨਹੀਂ, ਕੋਈ ਗੁੱਸੇ ਨਹੀਂ ਹੁੰਦਾ, ਉਸ ਦਰ ਨੂੰ ਕਿਵੇਂ ਛੱਡ ਦਈਏ? ਉਹ ਪਰਮਾਤਮਾ ਦਾ ਦਰ ਹੈ। ਮੈਂ ਇੱਕ ਹੋਰ ਇੱਥੇ ਬੇਨਤੀ ਕਰਾਂ, ਮੈਨੂੰ ਯਾਦ ਹੈ ਬੁੱਲੇ ਨੇ ਇੱਕ ਵਾਰ ਇਹ ਗੱਲ ਕਹੀ ਸੀ, ਕਈ ਵਾਰੀ ਧਰਮ ਅਸਥਾਨ ਨੂੰ
ਪਰਮਾਤਮਾ ਦਾ ਦਰ ਕਹਿੰਦੇ ਆ, ਉੱਥੋਂ ਦਾ ਪ੍ਰਬੰਧਕੀ ਢਾਂਚਾ, ਉੱਥੋਂ ਦੀ ਪ੍ਰਬੰਧਕ ਸ਼੍ਰੇਣੀ, ਯਾਦ ਰੱਖਿਓ, ਜਿਹੜੇ ਆਪਣੇ ਆਪ ਨੂੰ ਉੱਥੇ ਕਾਬਜ ਸਮਝਦੇ ਨੇ, ਕੋਈ ਸ਼ੱਕ ਨਹੀਂ, ਉਹ ਵੀ ਗੁਰਦੁਆਰੇ ਨੂੰ ਆਪਣੀ ਮਾਲਕੀਅਤ ਸਮਝ ਕੇ ਉੱਥੇ ਵੀ ਕਈ ਵਾਰੀ ਧੱਕੇ ਮਰਵਾ ਦਿੰਦੇ, ਚੱਲ ਚਲਾ ਜਾ, ਤੂੰ ਰੋਜ਼ ਲੰਗਰ ਛਕਣ ਆ ਗਿਆ, ਤੂੰ ਹੁਣੇ ਮੱਥਾ ਟੇਕ ਕੇ ਗਿਆ ਸੈਂ। ਮੈਂ ਇੱਕ ਬੇਨਤੀ ਕਰਾਂਗਾ, ਇਹ ਗੱਲਾਂ ਰੱਬ ਦਾ ਦਰ, ਹਾਲਾਂਕਿ ਤੁਸੀਂ ਦੇਖੋ ਦਰਬਾਰ ਸਾਹਿਬ ਦੇ 4 ਦਰਵਾਜ਼ੇ ਨੇ। ਮੈਂ ਚਲੋ ਉਦਾਹਰਨ ਦੇਣ ਲੱਗਾ, ਕੈਸਾ ਦਰ, ਹਾਲਾਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, 4 ਦਰਵਾਜ਼ੇ ਨੇ, ਪਰ ਹਰਿਮੰਦਰ ਸਾਹਿਬ ਦੇ ਕਿਸੇ ਵੀ ਦਰਵਾਜ਼ੇ ਨੂੰ ਬਾਹਰੋਂ ਕੁੰਡੀ ਨਹੀਂ ਲੱਗੀ ਹੋਈ। ਕਦੀ ਧਿਆਨ ਨਾਲ ਦੇਖੋ, ਕੋਈ ਦਰਵਾਜ਼ੇ ਨੂੰ ਬਾਹਰ ਕੁੰਡੀ ਨਹੀਂ, ਅੰਦਰ ਜ਼ਰੂਰ ਕੁੰਡੀ ਹੈ, ਬਾਹਰੋਂ ਰੱਬ ਦਾ ਘਰ ਬੰਦ ਨਹੀਂ ਹੁੰਦਾ। ਸੱਚ ਵੇ, ਉਹ ਦਰਵਾਜ਼ਾ ਖੁੱਲ੍ਹਾ ਹੈ, ਪਰ ਜਦੋਂ ਕਿਤੇ ਹੰਕਾਰੀ ਬਿਰਤੀ ਵਾਲਾ ਕੋਈ ਆ ਜਾਏ, ਗੁਰੂ ਤੇਗ ਬਹਾਦਰ ਸਾਹਿਬ ਜੈਸਾ ਪਾਤਸ਼ਾਹ ਨਮਸਕਾਰ ਕਰਨ ਜਾਏ ਉਸ ਸਥਾਨ 'ਤੇ, ਉੱਥੋਂ ਦਾ ਪ੍ਰਬੰਧਕ ਉਹਦੇ ਲਈ ਵੀ ਦਰਸ਼ਨੀ ਦਰਵਾਜ਼ੇ ਨੂੰ ਬੰਦ ਕਰਕੇ ਚਲਾ ਜਾਂਦਾ। ਮੈਂ ਅਰਜ਼ ਕਰਾਂਗਾ, ਰੱਬ ਦੇ ਦਰ ਦੇ ਬੂਹੇ ਬੰਦ ਨਹੀਂ ਹੁੰਦੇ, ਪਰ ਉਹ ਅੱਜ ਖੁੱਲ੍ਹੇ ਨੇ। ਬੁੱਲੇ ਨੇ ਗੱਲ ਬੜੀ ਸੋਹਣੀ ਕਹੀ, ਕਹਿੰਦਾ ਬੁੱਲਿਆ, ਜੇ ਠਾਕਰ ਦੁਆਰੇ 'ਤੇ ਜਾਏਗਾ, ਉੱਥੇ ਹਿੰਦੂ ਤਿਲਕ ਲਾ ਕੇ ਮੂਰਤੀਆਂ ਨੂੰ ਭੋਗ ਲਵਾਉਂਦਾ ਪਿਆ, ਤੇ ਕਹਿੰਦਾ ਉਹ ਵੀ ਪਿਆ ਪ੍ਰਭੂ ਕਾ ਘਰ ਹੈ, ਇਹ ਭਗਵਾਨ ਕਾ ਮੰਦਰ ਹੈ। ਜੇ ਮਸਜਿਦ ਜਾਣਾ ਤੇ ਮੁੱਲਾ ਬਾਂਗ ਦਿੰਦਾ ਹੈ, ਉਹ ਵੀ ਜੇ ਉਹਨੂੰ ਮਿਲੇ ਤੇ ਮੱਥੇ ਤੇ ਤਿਉੜੀ ਪਾਉਣ ਲੱਗ ਪੈਂਦਾ, ਗੁੱਸੇ 'ਚ ਆ ਜਾਂਦਾ। ਜੇ ਅਮੀਰਾਂ ਦੇ ਬੂਹੇ 'ਤੇ ਜਾਏ, ਉਹਨਾਂ ਨੇ ਬੰਦੂਕਾਂ ਵਾਲੇ, ਸ਼ਸਤਰਾਂ ਵਾਲੇ ਉਹ ਬੰਦੇ ਉੱਥੇ ਬਿਠਾਏ ਹੋਏ ਨੇ, ਅੰਦਰ ਨਹੀਂ ਕਿਸੇ ਨੂੰ ਲੰਘਣ ਦਿੰਦੇ। ਕਹਿੰਦੇ ਨੇ ਚਾਲੋ ਮਣਾ, ਰੱਬ ਦੀ ਇਬਾਦਤ ਵਾਲਿਆਂ ਦਾ ਦਰ ਸਿਰਫ ਰੱਬ ਦਾ ਘਰ ਏ, ਰੱਬ ਦੇ ਘਰ ਵਿੱਚੋਂ ਕਦੀ ਕਿਸੇ ਨੂੰ ਧੱਕੇ ਨਹੀਂ ਪੈਂਦੇ ਹੁੰਦੇ। ਬਾਬਾ ਬੁੱਲੇ ਸ਼ਾਹ ਦਾ ਇਹ ਬੋਲ ਹੈ, ਉਹ ਕਹਿੰਦਾ ਹੈ ਕਿ ਠਾਕਰ ਦੁਆਰੇ ਨਾ ਜਾਈ, ਜਿੱਥੇ ਮੋਮਨ ਭੋਗ ਲਗਾਏ, ਵਿੱਚ ਮਸੀਤੀ ਪੈਂਦੇ ਧੱਕੇ, ਮੁੱਲਾਂ ਤਿਉੜੀ ਪਾਏ, ਅਮੀਰ ਯਾਦਿਆਂ ਨੇ ਬੂਹੇ ਉੱਤੇ ਚੋਬਦਾਰ ਬਢਾਏ, ਮਲ ਦਰਵਾਜ਼ਾ ਰੱਬ ਸੱਚੇ ਦਾ, ਜਿੱਥੋਂ ਦਿਲ ਦਾ ਫਿਕਰ ਮਿਟ ਜਾਏ। ਰੱਬ ਦੇ ਘਰ ਦਾ ਦਰਵਾਜ਼ਾ ਮਲ, ਜਿੱਥੇ ਤੇ ਦਿਲ ਦਾ ਫਿਕਰ ਮਿਟ ਜਾਏਗਾ। ਇੱਥੇ ਮੈਂ ਲਫ਼ਜ਼ ਵਰਤ ਰਿਹਾ ਦਰ। ਹੁਣ ਜਿਹੜਾ ਉਹਦੇ ਭਗਤ ਉਹਦੇ ਦਰ ਤੇ ਕੀਰਤੀ ਕਰਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੇ ਦਰ ਤੇ ਡਿੱਗਾ। ਮੈਂ ਬੇਨਤੀ ਕਰਾਂ ਕਿ ਉਹਦੇ ਦਰ ਤੇ ਡਿੱਗਾ ਹੋਇਆ, ਇਹਦਾ ਅਰਥ ਕੀ ਹੋਇਆ? ਕਿ ਉਹ ਫਿਜ਼ੀਕਲ ਤੌਰ ਤੇ ਕਿਸੇ ਬੂਹੇ ਤੇ ਬੈਠਾ? ਸੱਚ ਇਹ ਵੇ, ਪਰਮਾਤਮਾ ਦਾ ਭਗਤ ਕਿਤੇ ਵੀ ਬੈਠਾ ਹੋਵੇ, ਉਹ ਅੰਦਰੂਨੀ ਤੌਰ ਤੇ, ਆਤਮਿਕ ਤੌਰ ਤੇ, ਕਿਸੇ ਧਰਮ ਸਥਾਨ ਤੋਂ ਬਾਹਰ ਵੀ ਹੋਵੇ, ਉਹ ਸਿਰਫ ਤਾਂ ਸਿਰਫ ਪਰਮਾਤਮਾ ਦੇ ਦਰ ਦੇ ਉੱਤੇ ਡਿੱਗਦਾ ਹੈ। ਦਰ ਤੇ ਡਿੱਗਣਾ ਇੱਕ ਅੰਦਰ ਦੀ ਉਹ ਅਵਸਥਾ ਹੈ ਜਿੱਥੇ ਸੰਸਾਰ ਦਾ ਦੁੱਖ ਸੁੱਖ, ਨਿੰਦਿਆ, ਉਸਤਤ, ਇਹ ਕੋਈ ਵੀ ਅਸਰ ਨਹੀਂ ਰੱਖਦੀਆਂ। ਚਲੋ ਅਸੀਂ ਬਾਣੀ 'ਚ ਗੁਰੂ ਰਾਮਦਾਸ ਦਾ ਇੱਕ ਬੋਲ ਹੈ ਕਿ ਦਰ ਡਿੱਗਾ ਭਗਤ ਸ਼ਰਤ ਨਾਲ ਨਹੀਂ ਡਿੱਗਦਾ, ਅਨਕੰਡੀਸ਼ਨ। ਪਰਮਾਤਮਾ ਦੇ ਦਰ ਤੇ ਮੈਂ ਤਾਂ ਕਹਿ ਰਿਹਾ, ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਤੇਰੇ ਦਰਵਾਜ਼ੇ ਤੇ, ਤੇਰੇ ਬੂਹੇ ਤੇ, ਦਰ ਸੋਹਣ ਕੀਰਤ ਗਾਮਦੇ। ਸਤਿਗੁਰੂ ਦੇ ਪਿਆਰੇ ਬਚਨ ਨੇ, ਇਹ ਬਚਨ ਹੈ ਕਿ ਦਰ ਡਿੱਗਿਆ ਹੋਇਆ ਪ੍ਰਭੂ ਨੂੰ ਭਗਤ ਜਗਿਆਸੂ ਕਹਿ ਲਵਾਂ। ਇਹ ਅਰਦਾਸ ਬੇਨਤੀ ਕਰਕੇ ਕਹਿੰਦਾ, ਪ੍ਰਭੂ ਮੈਨੂੰ ਸੁੱਖ ਦਈ ਤਾਂ ਵੀ ਤੇਰੇ ਦਰ ਦੀ ਆਸ ਰੱਖਾਂ, ਦੁੱਖ ਦਈ ਤਾਂ ਵੀ ਤੇਰੇ ਦਰ ਤੇ ਝੁਕਿਆ ਰੱਖਾਂ। ਜੇ ਭੁੱਖ ਦੇਵੇਂ, ਉਸ ਭੁੱਖ ਵਿੱਚੋਂ ਵੀ ਮੇਰੇ ਅੰਦਰ ਕਦੀ ਇਹ ਫੁਰਨਾ ਨਾ ਪੈਦਾ ਹੋਵੇ, ਮੈਂ ਕਿਸੇ ਦੂਜੇ ਦੇ ਦਰ ਦਾ ਮੁਥਾਜ ਹੋ ਜਾ। ਮੈਂ ਭੁੱਖ ਵਿੱਚ ਵੀ ਸੰਤੋਖ ਨਾਲ ਤੇਰੇ ਦਰ ਤੇ ਰੱਖਾਂ। ਹੇ ਪ੍ਰਭੂ, ਇਹ ਸ਼ਬਦ ਨੇ, ਜੇ ਸੁਖ ਦੇਹ ਤਾਂ ਤੁਝੈ ਆਰਾਧੀ, ਦੁੱਖ ਵੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤਕੀ ਰਾਜਾਂ, ਦੁੱਖ ਵਿੱਚ ਸੋਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਬੜਾ ਪਿਆਰਾ ਬਚਨ, ਨਾਨਕ ਗਰੀਬ ਢਹਿ ਪਿਆ ਦੁਆਰੇ, ਉੱਥੇ ਲਫ਼ਜ਼ ਹੈ ਦੁਆਰੇ, ਇਹਦਾ ਅਰਥ ਵੀ ਦਰ ਹੈ। ਮੈਂ ਗਰੀਬ ਸਿਰਫ ਤੇਰੇ ਦਰ ਤੇ ਆ ਕੇ ਟੱਠਾ ਹਾਂ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਪ੍ਰਭੂ ਮੈਨੂੰ ਸਿਰਫ ਇਹਦੇ 'ਚ ਸ਼ੋਭਾ ਹੈ,
तेरे दर दे उपर तेरी भगती करा। फिर बेनती करा कि परमात्मा दे भगत सिर्फ परमात्मा दे दर ते डिग के उहदी भगती करते हैं। महाराज जी ने एक बड़ा सोहना प्रमाण दिता है बाणी च कि भगत किवें दर ते डिगदा है। उंज वैसे कबीर साहब दे भी ये बोल ने कि हम कूकर तेरे दरबार, तेरे बूहे ते बैठे, तेरे दरवाजे ते बैठे, हम कूकर तेरे दरबार, भौंके आ गए बदन पसार। जिमें कुत्ता मालक दे बूहे अगे बदन पसार के लम्मा पिया लेटिया, वो वफादारी नाल भौंकदा है। असी सच एवे कूकर की तरह तेरे दर ते बैठे हाँ। इसे बचन नूं जे तुसी गुरु तेग बहादुर साहब दे श्लोक पढ़ो, दर ते डिगे होए दी उदाहरण ये दिती गई। कबीर साहब कहन हम कूकर तेरे दरबार, भौंकै आ गए बदन पसार। गुरु तेग बहादुर साहब कहते स्वामी को गृह ज्यों सदा, स्वान तजत नित। ये एक बड़ी अंदर दी उच्ची अवस्था का नाम है, दर ते डिगना। केवल शरीरक तौर पर तो प्यारे बंदे थां थां ते डिगदे आ, एक दर दे उपर डिग जाना, दर दे उतर ढह पैना। साहब ने कहा स्वामी को गृह ज्यों सदा, स्वान तजत नित। स्वान का अर्थ है कुत्ता। जिमें मालक दे दर दे उपर बैठा कुत्ता कदी भी अपने मालक दे दर नूं छड्डण नूं तैयार नहीं। ऐ गुरु के सिखो, इस तरह अंदर दी अवस्था रब बख्शे कि उस स्वामी नूं इस तरह जपो जिमें कुत्ता मालक दे दर ते। दर एक अवस्था है। स्वामी को गृह ज्यों सदा, तवान स्वान तजत नित। नानक ए बिद हर भजो, एक मन होए एक चित। इस तरह परमात्मा की भगती कर, एक मन एक चित हो के। फिर बेनती देखो जो कबीर साहब ने कहा, गुरु तेग बहादुर साहब ने कहा, मैं ताए लफ्ज लिया है दर सोहन कीरत गाम दे। श्रीमान भाई साहब भाई नंद लाल जी, उन्हों की जदों रचना पढ़ने खां, श्री गुरु गोबिंद सिंह जी की सिफत विच उन्होंने बड़े प्यारे बचन कहे। पर जदों दर की गल चली, उन्हां दी अंदर दी स्वतंत्रता, उन्हां दे अंदर दी अवस्था, उन्हां दी रचना विचों मर्ज करांगा। विषय तो बिल्कुल दूर नहीं, भगत तेरा मन भामदे, दर सोहन कीरत गाउंदे। वो महापुरुष गुरु गोबिंद सिंह जी की सिफत बारे महान सिख ये लफ्ज वरतदे ने कि लाल सागे गुलाम गुरु गोबिंद सिंह। लाल का अर्थ नंद लाल, भाई साहब अपने लिए लफ्ज वरत रहे हैं। सग का अर्थ कुत्ता। गुरु गोबिंद सिंह जी नंद लाल तुहाडे दर दा कूकर है। लाल सागे गुलाम गुरु गोबिंद सिंह, दागदारे नाम गुरु गोबिंद सिंह। नंद लाल दे मस्तक ते तेरी बख्शिश का निशान है। ये चिन्ह है मैं इस दर दा। असी देखने कई बारी जदों कुत्ते रखते हैं, अजकल शहरों च भी बाहर भी खास करके कुत्ते दे गल दे विच पटा हुंदा है, उहदा नंबर बिल्कुल लिखिया हुंदा है। वो कल्ला घर कोल नहीं, वो सरकार कोल भी बाहरले मुल्कां च उस कुत्ते दा पेटी नंबर, उहदा पटा नंबर हुंदा है। पहचान हो जाती ये किस दे घर दा कुत्ता है। भाई साहब कहते हैं तेरे दर दा कूकर हाँ, तेरी बख्शिश का निशान मेरे मस्तक ते पिया है। पर अगे कहते नहीं मालक, असल च मैं तेरे कुत्तियां तो भी नीवा हाँ। मैं तो तेरे दर ते भोजन दियां डिगियां होईयां छोटे छोटे टुकड़े भोरे बुरकियां वो खाण वाला हूँ। भाई साहब दे चार बोल कि लाल सागे गुलाम गुरु गोबिंद सिंह, दाग दारे नाम गुरु गोबिंद सिंह, कमंतरीन चे सैगान गुरु गोबिंद सिंह, रेजा चीने खान गुरु गोबिंद सिंह। मैं उन्हां दी रचना विच एक शेर है, भावें फुटकल शेर कहा जाता, वो गज़ल च नहीं, पर मैनू बड़ा चंगा लगा कि मालक दे दर ते कीर्ति, मालक दे दर ते डिग पैना। भगत बेमुथाज है संसार वालों, उन्हों रब तो बिना किसी की परवाह नहीं। तो गुरु नानक साहब कहते वो तां शोभदा है क्योंकि परमात्मा के दर ते डिग्गा होया भगती कर रहे। भाई साहब भाई नंद लाल जी एक दिन खवा चल रही है, सिर्फ उन्हां दी रचना विचों बेनती कर रहे, जदों हवा तेज चलती है तो जमीन तो मिट्टी उठती,
ਅਸਮਾਨ ਵੱਲ ਜਾਂਦੀ ਹੈ, ਉਸ ਉੱਡਦੀ ਕੋਈ ਮਿੱਟੀ ਨੂੰ ਦੇਖ ਕੇ, ਹਵਾ ਦੀ ਜ਼ੋਰ ਨੂੰ ਦੇਖ ਕੇ, ਉਹ ਇੱਕ ਹਵਾ ਨੂੰ ਮੁਖਾਤਿਬ ਕਰਕੇ, ਹਵਾ ਨੂੰ ਸੰਬੋਧਨ ਕਰਕੇ ਇੱਕ ਸ਼ੇਰ ਕਹਿੰਦੇ ਨੇ ਇਹ ਹਵਾ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ। ਇਹ ਹਵਾ, ਮੈਂ ਸਤਿਗੁਰੂ ਦੀ ਸਿਫਤ ਕਰਨ ਵਾਲਾ ਇੱਕ ਨਿੱਕਾ ਜਿਹਾ ਕਵੀ ਹਾਂ। ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ। ਸ਼ਾਇਰ ਨੇ ਦਾਸ ਅਰਜ਼ ਕਰੇ, ਕਈ ਵਾਰੀ ਲੱਗੇਗਾ ਵੀ ਸ਼ਾਇਦ ਇਹ ਗੱਲ ਵਧਾ ਚੜਾ ਕੇ ਕੀਤੀ ਜਾ ਰਹੀ ਹੈ, ਹਵਾ ਕਦੀ ਗੱਲਾਂ ਕਰਦੀ। ਮੈਂ ਕਈ ਵਾਰੀ ਕਹਿੰਦਾ ਜਦੋਂ ਸ਼ਾਇਰ ਸ਼ਾਇਰੀ ਕਰਦਾ ਹੈ, ਕਵਿਤਾ ਕਰਦਾ ਹੈ, ਪਿਆਰਿਓ, ਉਹ ਜੜ ਤੇ ਚੇਤਨ ਦੋਨਾਂ ਨੂੰ ਬੁਲਾ ਲੈਂਦਾ। ਜਿਵੇਂ ਬਾਬੇ ਫਰੀਦ ਨੇ, ਕੋਇਲ ਕੂਕਦੀ ਪਈ ਹੈ ਤੇ ਉਹਨੂੰ ਪੁੱਛਦੇ ਨੇ, ਕਾਲੀ ਕੋਇਲ ਤੂੰ ਕਿਤਗੁਣ ਕਾਲੀ। ਹੁਣ ਪੁੱਛਦੇ ਪੰਛੀ ਨੂੰ ਪਏ ਨੇ, ਆਪਾਂ ਕਹਾਂਗੇ ਕੋਇਲ ਉੱਤਰ ਦਿੰਦੀ, ਹਾਲਾਂਕਿ ਉਹਨਾਂ ਨਾਲ ਉੱਤਰ ਵੀ ਲਿਖੇ, ਕਾਲੀ ਕੋਇਲ ਤੂੰ ਕਿਤਗੁਣ ਕਾਲੀ, ਆਪਣੀ ਪ੍ਰੀਤਮ ਕਿਹੋਂ ਬਿਰਹੇ ਜਾਲੀ। ਕਵਿਤਾ ਜਦੋਂ ਹੁੰਦੀ ਹੈ, ਕਵੀ ਸ਼ਾਇਰ ਸ਼ਾਇਰੀ ਕਰਦਿਆਂ ਉਹ ਜੜ ਚੇਤਨ ਨੂੰ ਸਿਰਜ ਕੇ ਗੱਲਾਂ ਕਰ ਲੈਂਦਾ ਆਪਣੇ ਆਪ, ਹਾਲਾਂਕਿ ਅੰਦਰ ਦੇ ਉਹਦੇ ਖਿਆਲ ਹੁੰਦੇ ਨੇ। ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਕਦੀ ਸਰੋਵਰ ਬੋਲਦਾ ਦੇਖਿਆ? ਪਰ ਬਾਣੀ ਵਿੱਚ ਤਾਂ ਆਉਂਦਾ, ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਵਨ, ਕਹੇ ਦੋਖੜੇ ਸੜਿਓ ਹੈ, ਕਾਲੀ ਹੋਈ ਆ ਦਿਓਹਰੀ ਨਾਨਕ ਮੈਂ ਤਨ ਭੰਗ। ਕਿਸ ਦੁੱਖ ਨੇ ਤੈਨੂੰ ਸਾੜ ਦਿੱਤਾ? ਸਰੋਵਰ ਨਾਲ ਗੱਲਾਂ ਕਰ ਰਹੇ। ਖੈਰ, ਹਵਾ ਤੇਜ਼ ਚੱਲਦੀ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਇਹ ਤੇਜ਼ ਚੱਲਣ ਵਾਲੀ ਹਵਾ, ਮੈਂ ਤੇਰੇ ਨਾਲ ਆਪਣੇ ਅੰਦਰ ਦੀ ਵੇਦਨਾ ਕਹਿਣੀ ਚਾਹੁੰਦਾ। ਹਵਾ ਪੁੱਛਦੀ, ਦੱਸ। ਕਹਿੰਦਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ, ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਹਾਂ। ਜਦੋਂ ਤੂੰ ਤੇਜ਼ ਚੱਲਣੀ ਹੈ, ਜ਼ਮੀਨ 'ਤੇ ਪਈ ਕੋਈ ਮਿੱਟੀ ਨੂੰ ਇੱਕ ਜਗ੍ਹਾ ਤੋਂ ਉਠਾ ਕੇ ਦੂਜੀ ਜਗ੍ਹਾ 'ਤੇ ਸੱਟ ਦੇਣੀ ਹੈ, ਤੇ ਮੈਂ ਚਾਹੁੰਦਾ ਆਖਰ ਇੱਕ ਦਿਨ ਸਰੀਰ ਨੇ ਫਨਾ ਹੋਣਾ ਹੈ, ਮੌਤ ਆਉਣੀ ਹੈ, ਸਰੀਰ ਨੇ ਬਿਨਸਣਾ। ਇਸ ਸਰੀਰ ਨੂੰ ਅੱਗ ਵਿੱਚ ਰੱਖ ਕੇ ਰਾਖ ਕਰ ਦਿੱਤਾ ਜਾਣਾ, ਸੁਆਹ ਕਰ ਦਿੱਤਾ ਜਾਣਾ। ਤੇਰਾ ਸੁਭਾਅ ਹੈ ਤੇਜ਼ੀ ਚੱਲਣਾ, ਪਰ ਇੱਕ ਕੰਮ ਕਰੀ, ਮੇਰੇ ਮਰਨ ਤੋਂ ਬਾਅਦ ਮੇਰੇ ਸਰੀਰ ਦੀ ਖਾਕ ਨੂੰ, ਮੇਰੇ ਸਰੀਰ ਦੀ ਮਿੱਟੀ ਨੂੰ, ਮੇਰੇ ਤਨ ਦੀ ਸੁਆਹ ਨੂੰ ਕਦੀ ਵੀ ਉਡਾ ਕੇ ਕਿਸੇ ਦੂਜੇ ਦੇ ਦਰਵਾਜ਼ੇ 'ਤੇ ਮੱਤ ਸੱਟੀ, ਨਹੀਂ ਤਾਂ ਲੋਕੀ ਇਹ ਸ਼ਬਦ ਕਹਿਣਗੇ ਕਿ ਨੰਦ ਲਾਲ ਸਾਰੀ ਜ਼ਿੰਦਗੀ ਸਿਫਤਾਂ ਗੁਰੂ ਗੋਬਿੰਦ ਸਿੰਘ ਦੇ ਦਰ 'ਤੇ ਕੀਤੀਆਂ, ਮਰਨ ਤੋਂ ਬਾਅਦ ਇਹਦੇ ਸਰੀਰ ਦੀ ਰਾਖ ਲੋਕਾਂ ਦੇ ਬੂਹਿਆਂ 'ਤੇ ਰੁਲਦੀ ਪਈ। ਇਹ ਮੈਂ ਤਾਂ ਅਰਜ਼ ਕੀਤਾ, ਭਗਤ ਅਣਖ ਵਾਲਾ ਇੰਨਾ ਹੈ, ਉਹ ਤਾਂ ਸ਼ੋਭਦਾ, ਤਾਂ ਰੱਬ ਨੂੰ ਭਾਉਂਦਾ ਹੈ, ਕਿਉਂਕਿ ਰੱਬ ਦੇ ਦਰ 'ਤੇ ਉਹ ਸਮਰਪਣ ਹੈ, ਪ੍ਰਭੂ ਦੇ ਦਰ 'ਤੇ ਸਮਰਪਿਤ ਹੈ। ਜੋ ਮੈਂ ਬਚਨ ਸੁਣਾਏ ਭਾਈ ਨੰਦ ਲਾਲ ਦੇ, ਅਸਲ 'ਚ ਇਹ ਸਾਖੀ ਨਹੀਂ, ਇੱਕ ਸ਼ੇਰ ਹੈ। ਫਾਰਸੀ ਦੇ ਬੋਲ ਨੇ, ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ। ਮਬਰ ਐ ਬਾਦ ਖਾਕਮ, ਬਾਦ ਦਾ ਅਰਥ ਹੈ ਹਵਾ, ਖਾਕਮ ਦਾ ਅਰਥ ਹੈ ਮੇਰੇ ਸਰੀਰ ਦੀ ਹਵਾ, ਖਾਕ ਮਿੱਟੀ। ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ, ਐ ਹਵਾ ਮੇਰੇ ਸਰੀਰ ਦੀ ਖਾਕ ਨੂੰ ਮੇਰੇ ਮਹਿਬੂਬ, ਮੇਰੇ ਸਾਈਂ, ਮੇਰੇ ਦਿਲ ਦੇ ਸ਼ਹਿਨਸ਼ਾਹ ਦੇ ਦਰ ਤੋਂ ਚੁੱਕ ਕੇ ਕਿਸੇ ਦੇ ਦਰ 'ਤੇ ਨਾ ਲੈ ਜਾਈ। ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ, ਦੁਸ਼ਮਨਮ ਸਰਜਨਦ ਕੇ ਹਰਜ਼ਾਈ ਈਸਤ। ਦੁਸ਼ਮਨਮ ਦਾ ਅਰਥ ਹੈ ਮੇਰੇ ਦੁਸ਼ਮਨ, ਮੇਰੇ ਵਿਰੋਧੀ। ਸਰਜਨਦ ਸਿਰ ਫਿਰਨ ਕੇ ਹਰਜ਼ਾਈ ਈਸਤ, ਕਿ ਨੰਦ ਲਾਲ ਤਾਂ ਥਾਂ ਥਾਂ 'ਤੇ ਨੇ ਲਾਈ ਬੈਠਾ ਹੈ। ਮਬਰ ਐ ਬਾਦ ਖਾਕਮ ਅਜ਼ ਦਰ ਦੋਸਤ, ਦੁਸ਼ਮਨਮ ਸਰਜਨਦ ਕੇ ਹਰਜ਼ਾਈ ਈਸਤ। ਇਹਦਾ ਪੰਜਾਬੀ ਵਿੱਚ ਤਰਜਮਾ ਗੁਰਮੁਖ ਵਿਦਵਾਨ ਕਰਦੇ ਨੇ ਕਿ ਗੁਰੂ ਦਰੋਂ ਨਾ ਚੁੱਕ ਲਿਜਾਈ, ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਮੇਣੇ, ਇਹਨੇ ਥਾਂ ਥਾਂ ਨਿਉ ਲਗਾਏ। ਮੈਂ ਫਿਰ ਬੇਨਤੀ ਕਰਾਂਗਾ, ਭਗਤ ਸਿਰਫ ਤਾਂ ਸਿਰਫ ਰੱਬ ਦੇ ਦਰ ਦਾ ਮੁਥਾਜ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਦੇ ਆਧਾਰ 'ਤੇ ਸ਼੍ਰੀਮਾਨ ਭਾਈ ਵੀਰ ਸਿੰਘ ਦੀਆਂ ਦੋ ਤੁਕਾਂ ਨੇ। ਉਹ ਕਹਿੰਦੇ ਨੇ ਕਿ ਗੁਰੂ ਦੇ ਦਰ 'ਤੇ ਰਹੇਗਾ, ਤੇਰੇ ਵਿੱਚ ਦਿਨ ਰਾਤ ਆਪਣੇ ਸਾਈਂ ਦੇ ਦਰ ਦੇ ਡਿੱਗੇ ਵਿੱਚ ਨਾਮ ਦੀ ਸੁਗੰਧੀ ਭਰੀ ਜਾਏਗੀ। ਕਿਸੇ ਦੂਜੇ ਦੇ ਗੱਲ, ਤੀਜੇ ਦੇ ਗੱਲ ਲੱਗੇਗਾ, ਤੇਰੇ ਕੋਲ ਜਿਹੜੇ ਗੁਣ ਨੇ ਉਹ ਵੀ ਚਲੇ ਜਾਣਗੇ। ਜਿਵੇਂ ਇੱਕ ਗੁਲਾਬ ਦਾ ਫੁੱਲ ਸਿਰਫ ਇੱਕ ਜ਼ਮੀਨ, ਇੱਕ ਸ਼ਾਖ, ਇੱਕ ਬੂਟੇ ਨਾਲ ਜੁੜਿਆ ਰਹੇ, ਲੋਕਾਂ ਨੂੰ ਸੁਗੰਧੀ ਦੀਆਂ ਲਪਟਾਂ ਦਿੰਦਾ ਹੈ,
ਉਹਨੂੰ ਤੋੜ ਕੇ ਕੋਈ ਗਲੇ ਦਾ ਹਾਰ ਬਣਾ ਲੈ, ਥੋੜ੍ਹੇ ਸਮੇਂ ਬਾਅਦ ਉਸ ਦੀ ਸੁਗੰਧੀ ਚਲੀ ਜਾਂਦੀ ਹੈ, ਕਿਉਂਕਿ ਦੂਜੇ ਦੇ ਗਲ 'ਚ ਪਿਆ ਹੋਇਆਂ ਗੁਣਾਂ ਦੀ ਕੀਮਤ ਨਹੀਂ ਪੈਂਦੀ। ਭਾਈ ਸਾਹਿਬ ਨੇ ਲਿਖਿਆ ਕਿ ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ। ਮੈਂ ਤਾਂ ਇਹ ਥੋੜ੍ਹਾ ਜਿਹਾ ਵਿਸਤਾਰ ਕਰ ਗਿਆ, ਕਿਉਂਕਿ ਭਗਤ ਤਾਂ ਪਾਉਂਦੇ ਨੇ, ਉਹ ਰੱਬ ਦੇ ਦਰ ਤੋਂ ਬਿਨਾਂ ਕਿਸੇ ਦੇ ਦਰ 'ਤੇ ਝੁਕਦੇ ਨੇ, ਉਹ ਕੀਰਤੀ ਪਰਮਾਤਮਾ ਦੀ ਕਰਦੇ ਨੇ। ਭਾਈ ਵੀਰ ਸਿੰਘ ਲਿਖਦੇ ਨੇ ਕਿ ਦਰ ਢੱਠਿਆਂ ਦੇ ਗੁਣਾਂ ਦੀ ਕਦਰ ਨਾ ਪੈਂਦੀ ਯਾਰ, ਗਲ ਪਏ ਫੁਲਹਾਰ ਦੀ ਭਾਸੇ ਨਾ ਮਹਿਕਾਰ। ਜਿਹੜਾ ਗਲ 'ਚ ਪਿਆ ਫੁੱਲ ਹੈ ਉਹਦੀ ਸੁਗੰਧੀ ਕਿਹੋ ਜਿਹੀ ਰਹੇਗੀ। ਇੱਥੇ ਸਾਹਿਬ ਨੇ ਵਰਤਿਆ ਸ਼ਬਦ ਭਗਤ ਤੇਰਾ ਮਨ ਭਾਮਦੇ, ਦਰ ਸੋਹਨ ਕੀਰਤ ਗਾਮਦੇ। ਅਰਥ ਫਿਰ ਮੈਂ ਕਰ ਦੇਣਾ, ਪ੍ਰਭੂ ਭਗਤ ਤੇਰੇ ਮਨ ਵਿੱਚ ਚੰਗੇ ਲੱਗਦੇ ਨੇ, ਭਾਮਦੇ ਨੇ। ਦਰ ਸੋਹਨ ਕੀਰਤ, ਕੀਰਤ ਦਾ ਅਰਥ ਹੈ ਸਿਫਤ, ਕੀਰਤੀ। ਤੇਰੇ ਦਰ ਤੇ ਉਹ ਬੈਠੇ, ਤੇਰੇ ਦਰ ਤੇ ਡਿੱਗੇ, ਤੇਰੀ ਕੀਰਤੀ ਕਰਦੇ ਨੇ, ਇਸੇ ਕਰਕੇ ਤਾਂ ਉਹ ਸ਼ੋਭਦੇ ਨੇ। ਉਹ ਭਗਤ ਕਿੰਨਾ ਕੁ ਪਾਉਂਦਾ ਪਰਮਾਤਮਾ ਨੂੰ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਕਹਿੰਦੇ ਹਾਂ 15 ਭਗਤਾਂ ਦੀ ਬਾਣੀ ਹੈ, ਕੋਈ ਸ਼ੱਕ ਨਹੀਂ। ਜਦੋਂ ਸਵਈਏ ਪੜ੍ਹਦੇ ਹਾਂ, ਮੈਂ ਹੈਰਾਨ ਹੋਇਆ ਕਿ ਗੁਰੂ ਅਰਜੁਨ ਦੇਵ ਗੁਰੂ ਨਾਨਕ ਸਾਹਿਬ ਲਈ ਵੀ ਲਫ਼ਜ਼ ਭਗਤ ਵਰਤਦੇ ਨੇ ਇੱਕ ਥਾਂ 'ਤੇ। ਉਹਨਾਂ ਦੇ ਬੋਲ ਨੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ। ਉੱਥੇ ਵੀ ਲਫ਼ਜ਼ ਭਗਤ ਤੇ ਦਰ ਆਇਆ ਹੈ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਖਾ। ਗੁਰੂ ਨਾਨਕ ਸਾਹਿਬ ਲਈ ਵੀ ਸ਼ਬਦ ਭਗਤ ਵਰਤਿਆ। ਅਗਲੀ ਬੇਨਤੀ ਕਰਾਂ, ਗੁਰੂ ਅਰਜੁਨ ਸਾਹਿਬ ਦੀ ਸਿਫਤ 'ਚ ਭੱਟ ਸਾਹਿਬਾਨ ਜੀ ਨੇ ਇੱਕ ਬੋਲ ਕਿਹਾ ਹੈ, ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਜਿੱਥੇ ਉਹਨਾਂ ਬ੍ਰਹਮ ਗਿਆਨੀ ਕਿਹਾ, ਉੱਥੇ ਲਫ਼ਜ਼ ਗੁਰੂ ਅਰਜੁਨ ਦੇਵ ਜੀ ਲਈ ਭਗਤ ਲਫ਼ਜ਼ ਵੀ ਵਰਤਿਆ ਹੈ, ਭਗਤ ਉਤਰਿਆ ਹੈ। ਭਗਤ ਪਰਮਾਤਮਾ ਦੇ ਮਨ ਨੂੰ ਭਾਉਂਦੇ ਨੇ। ਕਿੰਨੇ ਕੁ ਭਾਉਂਦੇ ਨੇ, ਭਗਤਾਂ ਨੂੰ ਕਿੰਨੀ ਕੁ ਮੁਹੱਬਤ ਕਰਦੇ ਨੇ ਪ੍ਰਭੂ ਜੀ। ਮੈਂ ਪਹਿਲਾ ਪੱਖ ਰੱਖਿਆ, ਭਗਤ ਉਹਦੇ ਦਰ 'ਤੇ ਕੀਰਤੀ ਕਰਦੇ ਨੇ, ਫਿਰ ਭਾਉਂਦੇ ਕਿੰਨੇ ਕੁ ਨੇ। ਇਹਦੇ ਵਿੱਚੋਂ ਮੈਂ ਬਾਣੀ 'ਚੋਂ ਇੱਕ ਦੋ ਪ੍ਰਮਾਣ ਦੇ ਨਾਵਾਂ। ਭਗਤ ਨਾਮਦੇਵ ਜੀ, ਉਹਨਾਂ ਦੀ ਰਚਨਾ ਅਕਸਰ ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਪੜ੍ਹਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਪਰਮਾਤਮਾ ਇਸ ਤਰ੍ਹਾਂ ਭਗਤ ਦੀ ਕੌਤਕ ਨੂੰ, ਲੀਲਾ ਨੂੰ ਜਾਂ ਭਗਤ ਦੇ ਕੰਮ ਨੂੰ ਦੇਖ ਕੇ ਹੱਸਦਾ ਹੈ ਕਿ ਜਿਵੇਂ ਮਾਂ ਆਪਣੇ ਬੱਚੇ ਨੂੰ ਵੇਖ ਕੇ ਹੱਸਦੀ ਹੈ। ਭਗਤ ਜੀ ਦੇ ਬੋਲ ਨੇ, ਏਕ ਭਗਤ ਮੇਰੀ ਹਿਰਦੈ ਬਸੈ, ਨਾਮੇ ਦੇਖ ਨਾਰਾਇਣ ਹਸੈ। ਭਾਮਦੇ ਨਾ ਭਗਤ ਤੇਰਾ ਮਨ ਭਾਮਦੇ, ਨਾਮੇ ਦੇਖ ਨਾਰਾਇਣ ਹਸੈ। ਪਰਮਾਤਮਾ ਹੱਸਦਾ ਪਿਆ ਆਪਣੇ ਭਗਤ ਵੱਲ ਦੇਖ ਕੇ। ਕੱਲਾ ਹੱਸਦਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਗਤ ਨਾਲ ਪਰਮਾਤਮਾ ਸੰਵਾਦ ਰਚਾਉਂਦਾ, ਸਲਾਹ ਕਰਦਾ, ਗੱਲਬਾਤ ਕਰਦਾ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਭਗਤ ਨਾਲ ਪਰਮਾਤਮਾ ਗੋਸ਼ਟੀ ਕਰਦਾ। ਮੈਂ ਬੇਨਤੀ ਕਰਾਂਗਾ, ਕਿੰਨਾ ਕੁ ਭਗਤ ਭਾਉਂਦਾ ਹੈ ਪਰਮਾਤਮਾ ਨੂੰ। ਦੇਖੋ, ਆਓ ਅਸੀਂ ਭਗਤ ਜੀ ਦੇ ਦੋ ਕੁ ਬਚਨ ਕਹਿ ਕੇ ਇਸ ਤੋਂ ਅੱਗੇ ਤੁਰਨੇ ਖਾਂ। ਕੀਰਤੀ ਸਿਫਤ ਅਗਲੇ ਤੁਕਾਂ 'ਚ ਕੀ ਮਹਾਰਾਜ ਜੀ ਨੇ ਲਿਖਿਆ। ਇੱਕ ਦਿਨ ਭਗਤ ਜੀ ਦੇ ਬੋਲ ਨੇ ਕਿ ਪਰਮਾਤਮਾ ਨੂੰ ਕਹਿੰਦੇ ਨੇ, ਪਰਮਾਤਮ ਦੇਵ ਵਾਹਿਗੁਰੂ ਜੀ, ਤੇਰੇ ਵਿੱਚ ਤੇ ਤੇਰੇ ਭਗਤ 'ਚ ਕੋਈ ਅੰਤਰ ਨਹੀਂ। ਮੈਂ ਤੇਰੇ ਨਾਲ ਸ਼ਰਤ ਲਾਉਣ ਆਇਆ। ਉਹ ਸ਼ਬਦ ਹੈ, ਬਦੋ ਕੀ ਨਾ ਹੋੜ ਮਾਦੋ ਮੋਸ਼ੋਂ, ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋਂ। ਬਦੋ ਕੀ ਨਾ ਹੋੜ, ਹੋੜ ਦਾ ਅਰਥ ਸ਼ਰਤ। ਪਰਮਾਤਮਾ ਤੂੰ ਮੇਰੇ ਨਾਲ ਸ਼ਰਤ ਲਾ ਕਿ ਠਾਕੁਰ ਤੋਂ ਪਤਾ ਲੱਗਦਾ ਇਹਦਾ ਦਾਸ ਕਿਹੋ ਜਿਹਾ, ਤੇ ਦਾਸ ਤੋਂ ਪਤਾ ਲੱਗਦਾ ਹੈ ਕਿ ਇਹਦਾ ਸੇਵਕ ਕਿਹੋ ਜਿਹਾ, ਮਾਲਕ ਕਿਹੋ ਜਿਹਾ। ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋਂ। ਤੇਰੇ ਭਗਤ ਤੋਂ ਪਤਾ ਲੱਗਦਾ ਤੇਰੀ ਵਡਿਆਈ ਦਾ, ਤੇਰੀ ਬਖਸ਼ਿਸ਼ ਤੋਂ ਪਤਾ ਲੱਗਦਾ ਤੇਰੇ ਭਗਤ ਦਾ। ਠਾਕੁਰ ਤੇ ਜਨ, ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋਂ। ਆਪਨ ਦਿਓ ਦਿਓਰਾ ਆਪਨ, ਆਪ ਲਗਾਵੈ ਪੂਜਾ। ਜਲ ਤੇ ਤਰੰਗ ਹੈ, ਤਰੰਗ ਤੇ ਜਲ, ਕਹਿਨ ਸੁਣ ਕੋ ਦੂਜਾ। ਤੂੰ ਸਮੁੰਦਰ ਦੀ ਤਰ੍ਹਾਂ ਹੈ, ਤੇਰਾ ਭਗਤ ਤੇਰੇ ਵਿੱਚੋਂ ਉੱਠਿਆ ਹੋਇਆ ਹੈ। ਇਸ ਤਰ੍ਹਾਂ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠੇ, ਤੂੰ ਸਮੁੰਦਰ ਦੀ ਤਰ੍ਹਾਂ ਹੈ ਤੇ ਭਗਤ ਤੇਰਾ ਤਰੰਗ ਦੀ ਤਰ੍ਹਾਂ ਹੈ। ਜਦੋਂ ਇਹ ਕਿਹਾ ਵੀ ਮੈਨੂੰ ਦੱਸ ਠਾਕੁਰ ਤੇ ਜਨ, ਜਨ ਤੇ ਠਾਕੁਰ, ਇਹ ਸ਼ਬਦ ਤੋਂ ਅਗਲਾ ਜਦੋਂ ਸ਼ਬਦ ਪੜ੍ਹਨੇ ਆ,
ਭਗਤ ਕਿੰਨਾ ਕੁ ਪਰਮਾਤਮਾ ਦੇ ਮਨ ਨੂੰ ਭਾਉਂਦਾ ਹੈ। ਤੁਸੀਂ ਹੈਰਾਨ ਹੋਵੋਗੇ ਅਗਲੇ ਬਚਨ ਨੂੰ ਸੁਣ ਕੇ। ਕਹਿੰਦੇ ਨੇ ਪ੍ਰਭੂ ਜੀ ਨੇ ਬੋਲ ਕੇ ਕਿਆ ਨਾਮਦੇਵ, ਇਹਦੇ ਵਿੱਚ ਸ਼ਰਤ ਵਾਲੀ ਕਿਹੜੀ ਬਾਤ। ਜਿਸ ਭਗਤ ਨੂੰ ਮੇਰੇ ਦਰ ਤੋਂ ਬਿਨਾਂ, ਅਨਿੰਦ ਦਾ ਅਰਥ ਹੈ ਜਿਹੜਾ ਇੱਕ ਦਰ ਤੋਂ ਬਿਨਾਂ ਕਿਤੇ ਝਾਕੇ ਨਾ, ਜਿਸ ਨੂੰ ਮੇਰੇ ਦਰ ਤੋਂ ਬਿਨਾਂ ਕਿਸੇ ਹੋਰ ਦੀ ਝਾਕ ਮੁਥਾਜੀ ਨਹੀਂ, ਸੱਚ ਏਵੇ ਉਹ ਮੇਰਾ ਆਪਣਾ ਰੂਪ ਹੈ। ਤੇ ਏਡੀ ਵੱਡੀ ਵਡਿਆਈ ਦਿੱਤੀ ਨਾਮਦੇਵ, ਜਿਹੜਾ ਮੇਰੇ ਭਗਤ ਦੇ ਅੱਖ ਖੋਲ ਕੇ ਭਰ ਕੇ ਦਰਸ਼ਨ ਕਰੇਗਾ, ਉਹਦੇ ਸਾਰੇ ਤਾਪਾਂ ਦਾ ਖਾਤਮਾ ਹੋ ਜਾਏਗਾ। ਇੰਨਾ ਪ੍ਰਭੂ ਨੂੰ ਭਾਉਂਦਾ ਹੈ ਭਗਤ। ਅਸੀਂ ਸ਼ਬਦ ਪੜ੍ਹਨੇ ਹਾਂ ਕਿ ਬਾਬਾ ਜੀ ਨੇ, ਭਗਤ ਜੀ ਨੇ ਦਰਜ ਕੀਤਾ, ਪ੍ਰਭੂ ਕਹਿ ਰਹੇ ਨੇ ਦਾਸ ਅਨਿਨ ਮੇਰੋ ਨਿਜ ਰੂਪ, ਮੇਰਾ ਦਾਸ ਮੇਰਾ ਆਪਣਾ ਰੂਪ ਹੈ, ਮੈਨੂੰ ਭਾਉਂਦਾ ਹੀ ਨਹੀਂ, ਕੱਲਾ ਮੇਰਾ ਰੂਪ ਹੈ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤਰਈ ਮੋਚਨ, ਪਰਸਤ ਕਰਤ ਮੁਕਤ ਗ੍ਰਹਿ ਕੂਪ। ਉਹਦੇ ਦਰਸ਼ਨ ਕੀਤਿਆਂ ਮੋਹ ਦੇ ਖਨੇਰੇ ਵਿੱਚ ਡਿੱਬੇ ਕੋਈ ਬੰਦੇ ਮੁਕਤ ਹੋ ਜਾਂਦੇ ਨੇ, ਜਿਹੜਾ ਪਰਮਾਤਮਾ ਦੇ ਭਗਤ ਦੇ ਦਰਸ਼ਨ ਕਰਦਾ। ਹੁਣ ਅਗਲੀਆਂ ਤੁਕਾਂ ਸੁਣੋ। ਭਗਤ ਜੀ ਨੂੰ ਪ੍ਰਭੂ ਕਹਿੰਦੇ ਨੇ ਤੂੰ ਪੁੱਛਿਆ ਮੇਰੇ ਅੰਦਰ ਭਗਤ ਲਈ ਥਾਂ ਕੀ ਹੈ, ਮੈਂ ਭਗਤ ਨੂੰ ਕੀ ਥਾਂ ਦੇਣਾ ਵਾ। ਕਹਿੰਦੇ ਸੱਚ ਇਹ ਵੇ ਨਾਮਦੇਵ, ਮੈਂ ਸੰਸਾਰ ਨੂੰ ਮੋਹ ਦੀਆਂ ਗੰਢਾਂ 'ਚ ਬੰਨਿਆ, ਪਰ ਮੇਰੇ ਭਗਤ ਨੇ ਮੋਹ ਦੀਆਂ ਗੰਢਾਂ ਨੂੰ ਖੋਲ ਕੇ ਪ੍ਰੇਮ ਦੀ ਗੰਢ ਇੰਨੀ ਕੁ ਘੁੱਟ ਕੇ ਬੰਨ੍ਹ ਦਿੱਤੀ ਕਿ ਜਦੋਂ ਮੇਰਾ ਭਗਤ, ਜਦੋਂ ਮੇਰਾ ਪਿਆਰਾ, ਸੱਚ ਇਹ ਵੇ ਕਿ ਜੋ ਕੁਝ ਮੈਨੂੰ ਆਪਣੀ ਜ਼ਬਾਨ ਤੋਂ ਕਹਿੰਦਾ ਹੈ ਮੈਂ ਉਹ ਕਰਨਾ। ਮੇਰੀ ਬੰਦੀ ਹੋਈ ਨੂੰ ਤਾਂ ਭਗਤ ਖੋਲ ਦੇਗਾ, ਪਰ ਜਿਹੜੀ ਭਗਤ ਨੇ ਪ੍ਰੇਮ ਦੀ ਜੇਵਰੀ ਪਾਲੀ ਮੈਂ ਉਹਨੂੰ ਨਹੀਂ ਖੋਲ ਸਕਦਾ। ਹੁਣ ਦੇਖੋ ਇੰਨਾ ਭਾਂਦਾ ਹੈ ਭਗਤ ਪ੍ਰਭੂ ਦੇ ਮਨ ਨੂੰ, ਕਿਉਂਕਿ ਮਹਾਰਾਜ ਕਹਿ ਰਹੇ ਨੇ ਭਗਤ ਤੇਰਾ ਮਨ ਭਾਂਵਦਾ। ਨਾਮਦੇਵ ਕਹਿ ਰਹੇ ਨੇ ਮੇਰੀ ਬਾਂਦੀ, ਇੱਕ ਪ੍ਰਭੂ ਜੀ ਕਹਿ ਰਹੇ ਨੇ ਮੇਰੀ ਬਾਂਦੀ ਭਗਤ ਛੁਡਾਵੇ, ਬੰਦ ਹੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਏ ਬੰਦ ਹੈ, ਤੌਫਨ ਮੋਹ ਪੈ ਜਵਾਬ ਨਾ ਹੋਏ। ਮੈਂ ਇਹਨੂੰ ਕੀ ਜਵਾਬ ਦੇ ਸਕਣਾ ਜਿਸ ਨੇ ਮੈਨੂੰ ਪ੍ਰੇਮ ਦੀ ਜੇਵਰੀ 'ਚ ਬੰਨ ਲਿਆ। ਪਹਿਲੀ ਇਸ ਪੌੜੀ ਦੀ ਤੁਕ ਹੈ ਜੀ, ਭਗਤ ਤੇਰਾ ਮਨ ਭਾਂਵਦਾ। ਹੇ ਪ੍ਰਭੂ ਭਗਤ ਤੈਨੂੰ ਚੰਗੇ ਲੱਗਦੇ ਨੇ। ਕਿੰਨੇ? ਭਾਈ ਸਾਹਿਬ ਗੁਰਦਾਸ ਸਾਹਿਬ ਨੇ ਲਿਖਿਆ ਹੈ, ਭਗਤ ਜਨਾ ਹਰ ਮਾਂ ਪਿਓ ਬੇਟਾ। ਜਿਵੇਂ ਮਾਂ ਬਾਪ ਬੱਚੇ ਨੂੰ ਪਿਆਰ ਕਰਦੇ ਨੇ, ਦਰ ਸੋਹਣ ਕੀਰਤ ਗਾਵਦੇ, ਉਹ ਤੇਰੇ ਦਰ ਤੇ ਮੈਂ ਅਰਥ ਅੱਗੇ ਵੀ ਕਰ ਚੁੱਕਾ। ਦਰ ਦਾ ਅਰਥ ਬਾਹਰ ਵੀ ਹੈ, ਪਰ ਦਰ ਇੱਕ ਅਵਸਥਾ ਵੀ ਹੈ। ਜਿਹੜੇ ਤੇਰੇ ਦਰ ਤੇ ਡਿੱਗੇ ਹੋਏ ਤੇਰੀ ਕੀਰਤੀ ਕਰਦੇ ਨੇ, ਤੈਨੂੰ ਸਮਰਪਣ ਹੋ ਗਏ ਨੇ। ਸ਼ੇਖ ਬਾਬਾ ਫਰੀਦ ਸਾਹਿਬ, ਉਹਨਾਂ ਦੇ ਅੱਗੇ ਜਾਨਸ਼ੀਨ ਜਾਂ ਗੱਦੀਦਾਰ ਹੋਏ ਨੇ ਹਜ਼ਰਤ ਨਿਜ਼ਾਮੂਦੀਨ ਔਲੀਆ, ਜਿਨ੍ਹਾਂ ਦਾ ਦਿੱਲੀ ਵਿੱਚ ਵੀ ਸਥਾਨ ਹੈ। ਸ਼ੇਖ ਬਾਬਾ ਫਰੀਦ ਸਾਹਿਬ ਦੇ ਮੁਰਸ਼ਦ ਦਾ ਨਾਮ ਖਵਾਜਾ ਬਖਤਿਆਰ ਕਾਕੀ ਸਾਹਿਬ ਹੈ। ਮੈਂ ਪੜ੍ਹ ਰਿਹਾ ਸਾਂ ਬਾਬਾ ਸਾਹਿਬ ਦੇ ਬਾਰੇ। ਕਹਿੰਦੇ ਨੇ ਇੱਕ ਦਿਨ ਹਜ਼ਰਤ ਨਿਜ਼ਾਮੂਦੀਨ ਔਲੀਆ ਬਾਬਾ ਫਰੀਦ ਸਾਹਿਬ ਤੋਂ ਬਾਅਦ ਜਿਹੜੇ ਹੋਏ ਨੇ, ਉਹਨਾਂ ਤੋਂ ਕਿਸੇ ਨੇ ਪੁੱਛਿਆ ਕਿ ਤੁਸੀਂ ਬਾਬਾ ਸਾਹਿਬ ਦੇ ਨਜ਼ਦੀਕ ਰਹੇ, ਸਾਨੂੰ ਉਹਨਾਂ ਦੇ ਜੀਵਨ ਦੀ ਕੋਈ ਘਟਨਾ ਕੋਈ ਸੁਣਾਓ। ਕਹਿੰਦੇ ਨੇ ਉਸ ਵਕਤ ਔਲੀਆ ਸਾਹਿਬ ਨੇ ਕਿਹਾ, ਬੜਾ ਨੇਤਰਾਂ 'ਚ ਨੀਰ ਭਰ ਕੇ, ਕਹਿੰਦੇ ਨੇ ਇੱਕ ਰਾਤ ਮੈਂ ਦੇਖਿਆ ਕਿ ਹੁਜਰੇ ਦੇ ਅੰਦਰ ਬਾਬਾ ਫਰੀਦ ਸਾਹਿਬ ਸ਼ਕਰਗੰਜ ਉਹ ਬੈਠੇ ਹੋਏ ਨੇ। ਥੋੜ੍ਹੇ ਦੇਰ ਬਾਅਦ ਮੇਰੇ ਕੰਨਾਂ 'ਚ ਆਵਾਜ਼ ਪਈ। ਮੈਂ ਦਰਵਾਜ਼ੇ ਦੀ ਝੀਤ ਵਿੱਚੋਂ ਦੇਖਿਆ ਦੀਵਾ ਬਲ ਰਿਹਾ ਸੀ। ਆ ਜੇ ਭਗਤ ਦਾ ਰੱਬ ਦੇ ਨਾਲ ਆਪਣੇ ਆਪ ਨੂੰ ਸਮਰਪਣ ਕਰਕੇ ਉਹਦੀ ਕੀਰਤੀ ਕਰਨੀ। ਕਹਿੰਦਾ ਮੈਂ ਦੇਖਿਆ ਉਹ ਜ਼ਮੀਨ ਦੇ ਉੱਪਰ ਸਜਦੇ ਵੀ ਸਨ। ਬੜਾ ਲੰਮਾ ਸਮਾਂ ਸਜਦਾ ਕਰਦੇ ਰਹੇ, ਸਜਦੇ ਦੇ ਵਿੱਚ ਸਨ। ਇੱਕੋ ਦਮ ਉਹਨਾਂ ਨੇ ਸਜਦੇ ਤੋਂ ਆਪਣਾ ਸਿਰ ਚੁੱਕਿਆ ਤੇ ਦੋਵੇਂ ਹੱਥ ਉੱਪਰ ਕਰਕੇ ਦੁਆ ਕਰਕੇ ਕਹਿਣ ਲੱਗੇ, ਯਾ ਅੱਲਾ ਮੇਰੇ ਤੇ ਮਿਹਰ ਕਰ, ਅਜ਼ ਬਹਿਰੇ ਤੂੰ ਮੀਰਮ, ਜ਼ੇ ਬਰਾਏ ਤੂੰ ਜੀਅਮ। ਇਹ ਸ਼ਬਦ ਫਿਰ ਸੁਣਨ ਵਾਲੇ ਨੇ, ਅਜ਼ ਬਹਿਰੇ ਤੂੰ ਮੀਰਮ, ਯਾ ਅੱਲਾਹ ਫਰੀਦ ਜਿਸ ਦਿਨ ਮਰੇ ਉਸ ਦਿਨ ਤੇਰੇ ਲਈ ਮਰੇ,
ਜੇ ਬਹਿਰੇ ਤੂੰ ਜੀਅਮ, ਜੇ ਮੈਂ 4 ਦਿਨ ਜ਼ਿੰਦਗੀ ਜੀਆਂ ਤਾਂ ਵੀ ਤੇਰੇ ਵਾਸਤੇ ਜੀਆਂ, ਜਿਸ ਦਿਨ ਮੈਂ ਮਰਾਂ ਉਸ ਦਿਨ ਵੀ ਤੇਰੇ ਵਾਸਤੇ ਮਰਾਂ। ਅਸਲ 'ਚ ਭਗਤ ਪ੍ਰਭੂ ਦੇ ਦਰ ਦੇ ਉੱਪਰ ਫਨਾਹ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਦੇਖੋ ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਸ਼ੋਭਦੇ ਨੇ ਤੇਰੇ ਦਰ ਤੇ, ਕੀਰਤ ਗਾਵਦੇ। ਉਹ ਤੇਰੀ ਕੀਰਤੀ ਕਰਦੇ ਨੇ, ਤੇਰੀ ਸਿਫਤ ਕਰਦੇ ਨੇ। ਨਾਨਕ ਕਰਮਾਂ ਬਾਹਰੇ। ਹੁਣ ਦੇਖੋ ਅੱਗੇ ਥੋੜ੍ਹਾ ਜਿਹਾ ਸਬਜੈਕਟ ਮਹਾਰਾਜ ਚੇਂਜ ਕਰ ਦਿੰਦੇ ਨੇ, ਕਿਉਂਕਿ ਜਿਹੜੇ ਦੇਖੋ ਪਹਿਲੇ ਸੀ ਸ਼ਲੋਕ ਪੜ੍ਹੇ ਨੇ, ਪੜ੍ਹ ਗੱਡੀ ਲੱਦੀਆਂ, ਸਭ ਕੁਝ ਗਿਆਨ ਹੈ ਪਰ ਕਰਮਾਂ ਤੋਂ ਹੀਣੇ ਨੇ, ਭਗਤੀ ਕੋਈ ਨਹੀਂ। ਇੱਕ ਗੱਲ ਪੱਲੇ ਖਾਈ ਨਹੀਂ ਸਿਮਰਨ। ਅੱਗੇ ਅਸੀਂ ਸ਼ਲੋਕ 'ਚ ਪੜ੍ਹਿਆ ਕਿ ਤੀਰਥ ਭਵਿਆ, ਜਾਂ ਅਸੀਂ ਪੜ੍ਹਿਆ ਜੇਤਾ ਪੜ੍ਹਿਆ ਤੇਤਾ ਕੜਿਆ, ਮੋਨ ਵਗੂਤਾ ਕਿਉਂ ਜਾਗੈ ਗੁਰਬਿਨ ਸੂਤਾ, ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਆਨਾ ਖਾਇਆ ਸਾਧ ਗਵਾਇਆ। ਸਤਿਗੁਰੂ ਕਹਿੰਦੇ ਨੇ ਹੱਠ ਕਰਮ ਕਰਦੇ ਪਏ ਨੇ ਪਰ ਰੱਬ ਦੀ ਬਖਸ਼ਿਸ਼ ਤੋਂ ਖਾਲੀ ਨੇ, ਇਹ ਕਿਉਂ ਨਹੀਂ ਪਾਉਂਦੇ ਪਏ? ਦੇਖੋ ਇਹ ਤਾਂ ਵਿੱਚ ਤੁਕ ਰੱਖੀ। ਪਹਿਲਾਂ ਤਾਂ ਜ਼ਿਕਰ ਕੀਤਾ ਜਿਹੜੇ ਨਾਮ ਜਪਦੇ ਨੇ, ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ। ਬਾਹਰੇ ਦਰ ਤੇ ਸਖਣੇ, ਵਿਰਵੇ ਹੀਣੇ, ਜਿਹੜੇ ਪਰਮਾਤਮਾ ਦੀ ਬਖਸ਼ਿਸ਼ ਤੋਂ ਹੀਣੇ ਨੇ। ਪੜ੍ਹੀ ਜਾ ਰਹੇ ਨੇ ਪਰ ਕਿਰਪਾ ਕੋਈ ਨਹੀਂ। ਤੀਰਥਾਂ ਤੇ ਭਟਕੀ ਜਾ ਰਹੇ ਨੇ, ਕੋਈ ਮੋਨੀ ਕੋਈ ਬੈਠਾ, ਕੋਈ ਨੰਗਾ ਹੋਇਆ ਬੈਠਾ, ਕੋਈ ਪੈਰਾਂ ਤੋਂ ਨੰਗਾ ਬੈਠਾ, ਕੋਈ ਪੁੱਠਾ ਲਟਕ ਰਿਹਾ। ਮਹਾਰਾਜ ਕਹਿੰਦੇ ਨਾਨਕ ਕਰਮਾਂ ਬਾਹਰੇ, ਬਖਸ਼ਿਸ਼ ਤੋਂ ਵੀ ਹੋਣੇ ਨੇ, ਬੰਦਗੀ ਕੋਈ ਨਹੀਂ, ਸਿਮਰਨ ਕੋਈ ਨਹੀਂ। ਦਰ ਢੋ, ਪਹਿਲੇ ਭਗਤ ਜਿਹੜੇ ਨੇ ਉਹ ਦਰ ਸੌਂਦੇ ਨੇ। ਇੱਥੇ ਲਫ਼ਜ਼ ਮੈਂ ਤਾਂ ਦਰ ਤੇ ਥੋੜ੍ਹਾ ਜਿਹਾ ਜ਼ੋਰ ਦਿੱਤਾ ਹੈ ਕਿਉਂਕਿ ਅਗਲੀ ਤੁਕ ਵਿੱਚ ਜ਼ਿਕਰ ਦਰ ਦਾ ਦਰ, ਢੋ ਨਾ ਲਹਿਨੀ ਧਾਮਦੇ। ਢੋ ਦਾ ਅਰਥ ਹੈ ਢੋਈ ਟਿਕਾਣਾ, ਨਾ ਲਹਿਨੀ ਨਹੀਂ ਲੈਂਦੇ, ਧਾਮਦੇ ਦਾ ਅਰਥ ਹੈ ਭਟਕਦੇ ਪਏ ਨੇ। ਸੱਚ ਜੇ ਨਾਮ ਨਹੀਂ, ਵਿਦਿਆ ਪੜ੍ਹ ਕੇ ਵੀ ਬੰਦਾ ਭਟਕਦਾ। ਜੇ ਸਿਮਰਨ ਨਹੀਂ, ਬਾਹਰੋਂ ਜਿੰਨਾ ਮਰਜੀ ਹੱਠ ਕਰਮ ਕਰ ਰਿਹਾ ਪਰ ਅੰਦਰ ਤਾਂ ਧਾਮਦਾ, ਦੌੜਦਾ ਫਿਰਦਾ। ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ। ਦਰ ਢੋ ਨਾ ਲਹਿਨੀ ਧਾਮਦੇ, ਉਹਨਾਂ ਨੂੰ ਤੇਰੇ ਦਰ ਤੇ ਢੋਈ ਨਹੀਂ, ਉਹਨਾਂ ਨੂੰ ਤੇਰੇ ਦਰ ਤੇ ਰਸਾਈ ਨਹੀਂ। ਉਹ ਧਾਮਦੇ ਭਟਕਦੇ ਪਏ ਨੇ ਵਿਚਾਰੇ, ਕਦੀ ਕਿਤੇ ਕਦੀ ਕਿਤੇ। ਮਹਾਰਾਜ ਅੱਗੇ ਫਿਰ ਕਿਤੇ ਇੱਕ ਮੂਲ ਨਾ ਬੁੱਝਣ ਆਪਣਾ। ਇੱਥੇ ਇੱਕ ਲਫ਼ਜ਼ ਦਾ ਅਰਥ ਹੈ ਕਈ। ਮੂਲ ਨਾ ਬੁੱਝਣ ਆਪਣਾ। ਕਈ ਬੰਦੇ ਆਪਣੇ ਮੂਲ ਨੂੰ ਨਹੀਂ ਸਮਝਦੇ, ਪਹਿਚਾਨਦੇ ਨਹੀਂ। ਅਣਖੋਂਦਾ ਆਪ ਗਣਾਏ ਦੇ। ਅਣਖੋਂਦਾ ਇਹਦਾ ਅਰਥ ਹੁੰਦਾ ਪੱਲੇ ਕੁਛ ਵੀ ਨਾ ਹੋਵੇ, ਬਿਲਕੁਲ ਖਾਲੀ, ਗੁਣਾ ਤੋਂ ਸਖਣੇ। ਮਹਾਰਾਜ ਕਹਿੰਦੇ ਆਪ ਗਣਾਏ ਦੇ। ਗਣਾਏ ਦਾ ਅਰਥ ਆਪਣੀ ਗਿਣਤੀ ਕਰਾਈ ਜਾਣੀ, ਹਉਮੈ 'ਚ ਫੂੰ ਫੂੰ ਕਰੀ ਜਾਣੀ, ਪੱਲੇ ਗੁਣ ਕੋਈ ਨਹੀਂ, ਮੂਲ ਨੂੰ ਪਹਿਚਾਨਦੇ ਨਹੀਂ। ਤੇ ਮਹਾਰਾਜ ਨੇ ਹੰਕਾਰੀ ਇੰਨੇ ਨੇ, ਬਸ ਭਗਤੀ ਦੀ ਲਿਸਟ ਵਿੱਚ ਵੀ ਉੱਤੇ ਨਾ ਸਾਡਾ ਹੀ ਚਾਹੀਦਾ, ਦਾਨੀਆਂ ਦੀ ਲਿਸਟ ਵਿੱਚ ਵੀ ਸਾਡਾ ਚਾਹੀਦਾ। ਸੱਚ ਐਵੇਂ ਆਪਣੇ ਔਗਣਾਂ ਨਾਲ ਭਰੇ ਕੋਈ ਬੰਦੇ, ਪੱਲੇ ਕੁਛ ਵੀ ਨਹੀਂ, ਹੰਕਾਰ 'ਚ ਆਪਣੀ ਫੂੰ ਫੂੰ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਇੱਕ ਮੂਲ ਨਾ ਬੁੱਝਣ ਆਪਣਾ, ਆਪਣਾ ਅਣਖੋਂਦਾ ਆਪ ਗਣਾਏ ਦੇ। ਅਣਖੋਂਦਾ ਆਪਣੇ ਆਪ ਨੂੰ ਸਭ ਕੁਝ, ਸਾਰੀਆਂ ਥਾਵਾਂ ਤੇ ਖੰਗਤਾ ਹਉਮੈ ਦਾ ਪ੍ਰਗਟਾਵਾ। ਗੁਰੂ ਸਾਹਿਬ ਨੇ ਵੈਸੇ ਬਾਣੀ 'ਚ ਬਚਨ ਵੀ ਕੀਤੇ ਨੇ। ਅਸਲ 'ਚ ਜਿਸ ਬੰਦੇ ਨੇ ਆਪਣਾ ਮੂਲ ਨਹੀਂ ਪਹਿਚਾਣਿਆ, ਉਹ ਸੰਸਾਰ ਵਿੱਚ ਰਹਿ ਕੇ ਵੀ ਖਾਲੀ ਚਲਾ ਜਾਂਦਾ। ਤਾਂ ਹੀ ਤਾਂ ਬਾਣੀ ਨੇ ਵਾਰ-ਵਾਰ ਇੱਕ ਸ਼ਬਦ ਕਿਹਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਾਂ ਸਤਿਗੁਰੂ ਨੇ ਕਿਹਾ ਆਪਣੇ ਆਪ ਦੀ ਪੜਚੋਲ ਕਰ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਮਨਮੁਖ ਬੰਦਾ ਮੂਲ ਨਹੀਂ ਪਹਿਚਾਣਦਾ, ਮਹਾਰਾਜ ਕਹਿੰਦੇ ਨੇ ਉਹ ਲਾਲਚੀ, ਹਮੇਸ਼ਾ ਝਗੜਾਲੂ ਰਹਿੰਦਾ। ਇਉਂ ਕਹਿ ਲਓ ਵੀ ਇੱਕ ਮੂਲ ਨਾ ਬੁੱਝਣ ਆਪਣਾ, ਇਹ ਉਹਨਾਂ ਮਨਮੁਖਾਂ ਵੱਲ ਇਸ਼ਾਰਾ ਹੈ ਜਿਨ੍ਹਾਂ ਦੇ ਪੱਲੇ ਕੁਛ ਨਹੀਂ, ਹੰਕਾਰ ਦੀ ਪੰਡ ਚੁੱਕੀ ਫਿਰਦੇ ਆ। ਸਤਿਗੁਰੂ ਦੇ ਬੋਲ ਨੇ ਕਿ ਮਨਮੁਖ ਮੂਲੋਂ ਭੁੱਲਿਆ, ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਆਂਦਿਨ ਗੁਜਰੈ, ਸ਼ਬਦ ਨਾ ਕਰੈ ਵਿਚਾਰ। ਹਮੇਸ਼ਾ ਝਗੜਾਲੂ ਬਣ ਕੇ ਰਹਿੰਦਾ, ਆਪਣੇ ਮੂਲ ਨੂੰ ਪਹਿਚਾਨਦਾ ਨਹੀਂ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਦੇ ਬੋਲ ਨੇ,
ਕਹਿੰਦੇ ਕਈ ਵਾਰੀ ਜਿਨ੍ਹਾਂ ਨੂੰ ਆਪਣੇ ਆਪੇ ਦੀ ਸਮਝ ਨਹੀਂ, ਅੰਦਰ ਪਰਮਾਤਮਾ ਦੀ ਜੋਤ ਹੈ ਪਰ ਸਮਝ ਕੋਈ ਨਹੀਂ। ਭਾਈ ਸਾਹਿਬ ਨੇ ਲਿਖਿਆ ਹੈ, ਕਹਿੰਦੇ ਨੇ ਬਾਂਦਰ ਦੇ ਗਲ ਵਿੱਚ ਕੀਮਤੀ ਲੱਖਾਂ ਰੁਪਈਆਂ ਦੇ ਮੋਤੀ ਰਤਨ ਮਾਲਾ ਪਰੋ ਕੇ ਪਾ ਦਿਓ। ਜੋਰੀ ਨੂੰ ਪੁੱਛੋ ਵੀ ਇਹਦੇ ਗਲੇ ਦੀ ਕਿੰਨੀ ਕੀਮਤ, ਉਹ ਕਹੇਗਾ ਕਰੋੜਾਂ ਰੁਪਈਏ। ਕਰੋੜਾਂ ਰੁਪਈਆਂ ਦੇ ਕੀਮਤੀ ਰਤਨ ਬਾਂਦਰ ਦੇ ਗਲੇ 'ਚ, ਪਰ ਬਾਂਦਰ ਨੂੰ ਉਹਦੀ ਕੀਮਤ ਦਾ ਨਹੀਂ ਪਤਾ, ਕਿਉਂਕਿ ਉਹ ਨਾ ਤਾਂ ਪੱਥਰਾਂ ਦੀ ਕੀਮਤ ਜਾਣਦਾ ਹੈ, ਉਹਨੂੰ ਸਮਝ ਕੋਈ ਨਹੀਂ। ਜਿਵੇਂ ਬਾਂਦਰ ਦੇ ਗਲ 'ਚ ਪਿਆ ਹੋਇਆ ਰਤਨ ਹੈ ਕੋਲ, ਪਰ ਬਾਂਦਰ ਨੂੰ ਸਮਝ ਹੀ ਕੋਈ ਨਹੀਂ, ਮੂਲ ਨਹੀਂ ਉਹਨੂੰ ਪਤਾ। ਸਿਰਫ ਇਹ ਸਮਝਣ ਲਈ ਕਿ ਜਿਹੜਾ ਮੂਲ ਨਹੀਂ ਪਹਿਚਾਣਦਾ ਉਹਦਾ ਭਾਵ ਕੀ ਹੈ। ਬਾਂਦਰ ਦੇ ਗਲ 'ਚ ਰਤਨ, ਪਰ ਕੀਮਤ ਕੋਈ ਨਹੀਂ ਜਾਣਦਾ। ਕੜਛੀ ਰਸੋਈ ਵਿੱਚ, ਲੰਗਰ ਵਿੱਚ ਸਾਰੇ ਪਕਵਾਨ 'ਚ ਘੁੰਮਦੀ। ਖੀਰ ਬਣਾਓ ਤਾਂ ਕੜਛੀ ਵਰਤਨੇ, ਸਲੂਣਾ ਬਣਾਓ ਤਾਂ ਕੜਛੀ ਵਰਤਨੇ, ਸਬਜ਼ੀ ਭਾਜੀ ਕੋਈ ਬਣਾਓ ਕੜਛੀ ਵਿੱਚ ਰਹਿੰਦੀ, ਵਰਤਾਂਦੀ ਵੀ ਹੈ। ਪਰ ਅੱਜ ਤੱਕ ਜਿਸ ਦਿਨ ਦੀ ਕੜਛੀ ਹੋਂਦ ਵਿੱਚ ਆਈ ਏ, ਕਦੀ ਕੜਛੀ ਨੇ ਸਵਾਦ ਚੱਖਿਆ? ਸਾਰਾ ਦਿਨ ਰਸੋਈ 'ਚ ਰਹਿਣ ਵਾਲੀ ਰਹਿੰਦੀ, ਸਾਰਾ ਦਿਨ ਪਕਵਾਨ ਦੇ ਕੋਲ ਹੈ, ਪਕਵਾਨ ਬਣਾਉਣ ਵਿੱਚ ਵੀ ਮਦਦ ਕਰਦੀ ਏ, ਪਰ ਦੁੱਖ ਇਸ ਚੀਜ਼ ਦਾ ਕੜਛੀ ਨੂੰ ਉਸ ਭੋਜਨ ਦੀ ਸਾਰੀ ਕੋਈ ਨਹੀਂ ਜਿਹਦੇ ਕੋਲ ਰਹਿੰਦੀ, ਮੂਲ ਦਾ ਹੀ ਨਹੀਂ ਪਤਾ। ਤੀਸਰਾ ਬਚਨ ਭਾਈ ਸਾਹਿਬ ਕਰਦੇ ਨੇ ਕਿ ਡੱਡੂ ਪਾਣੀ 'ਚ ਰਹਿੰਦਾ, ਚਿੱਕੜ 'ਚ ਵੀ ਜਾਂਦਾ, ਪਰ ਕਮਾਲ ਦੀ ਗੱਲ ਕਿ ਬਾਹਰੋਂ ਦੂਰੋਂ ਆਇਆ ਭਵਰਾ ਉਹ ਕਮਲ ਫੁੱਲ ਦੇ ਉੱਪਰ ਬੈਠ ਕੇ ਸੁਗੰਧੀ ਦਾ ਰਸ ਲੈ ਜਾਂਦਾ ਹੈ, ਪਰ ਡੱਡੂ ਸੱਚ ਇਹ ਵੇ ਕਿ ਥੱਲੇ ਬੈਠਾ ਹੋਇਆ ਚਿੱਕੜ ਖਾਈ ਜਾਂਦਾ ਹੈ। ਇਹ ਆਪਣਾ ਮੂਲ ਦਾ ਪਤਾ ਹੀ ਨਹੀਂ। ਜਿਹੜਾ ਜੜ 'ਚ ਬੈਠਾ ਉਹ ਚਿੱਕੜ ਖਾ ਰਿਹਾ ਹੈ, ਜਿਹੜਾ ਦੂਰੋਂ ਆ ਰਿਹਾ ਉਹ ਸੁਗੰਧੀ ਲੈ ਰਿਹਾ। ਡੱਡੂ ਨੂੰ ਸਮਝ ਨਹੀਂ ਜਿੱਥੇ ਮੇਰੇ ਨਾ ਇਹਦੀ ਕੀਮਤ ਕੀ। ਅਗਲੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ। ਦੇਖੋ, ਇੱਕ ਗੱਲ ਨੂੰ ਸਮਝਾਉਣ ਲਈ, ਇੱਕ ਮੂਲ ਨਾ ਬੁੱਝਣ ਆਪਣਾ ਅਣਖੁੰਦਾ ਆਪ ਗਣਾਏਂਦੇ, ਸਿਰਫ ਆਪਣੀ ਕੌਮੇ। ਭਾਈ ਸਾਹਿਬ ਕਹਿੰਦੇ ਨੇ ਮਿਰਗ ਦੀ ਨਾਭੀ 'ਚ ਕਸਤੂਰੀ, ਉਹਨੂੰ ਆਪਣੇ ਵਿੱਚੋਂ ਸਮੈਲ ਸੁਗੰਧੀ ਆਉਂਦੀ, ਪਰ ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਬਾਹਰੋਂ ਕਿ ਤੁਆਰੀ। ਉਹ ਝਾੜੀਆਂ 'ਚ ਮੂੰਹ ਮਾਰੀ ਜਾਏਗਾ, ਨਾਸਕਾ ਝਾੜੀਆਂ 'ਚ ਰੱਖੇਗਾ। ਮਹਾਰਾਜ ਕਹਿੰਦੇ ਨੇ ਆਪਣੇ ਅੰਦਰ ਸੁਗੰਧੀ ਦਾ ਨਾਪਾ ਉਹਨੂੰ ਪਹਿਚਾਣਿਆ ਨਹੀਂ, ਘੁੰਮਦਾ ਬਾਹਰ ਪਿਆ, ਮੂਲ ਨੂੰ ਨਹੀਂ ਸਮਝਿਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਦੇਖੋ ਆ ਗੁੱਜਰ ਨੇ, ਮੱਝਾਂ ਗਾਵਾਂ ਥਾਂ ਥਾਂ 'ਤੇ ਲਿਜਾ ਕੇ ਵਪਾਰ ਕਰਦੇ ਨੇ। ਚਲੋ ਇਹ ਉਦਾਹਰਨ ਸਮਝਣ ਵਾਸਤੇ। ਉਹ ਮੱਝ ਦਾ ਦੁੱਧ ਚੋ ਕੇ ਲਿਜਾਂਦੇ ਆ ਬਾਜ਼ਾਰ ਵਿੱਚ, ਦੁੱਧ ਤੱਥ, ਪਰ ਬਾਜ਼ਾਰ ਵਿੱਚ ਵੇਚ ਕੇ ਲੈ ਕੇ ਆਉਂਦੇ ਆ ਖਲ ਤੇ ਸੂੜੀ। ਆ ਖਲ ਸੂੜੀ ਸ਼ਬਦ ਬੜਾ ਪੇਂਡੂ ਹੈ। ਲੈ ਕੇ ਆਉਂਦੇ ਆ ਵੜੇਵਿਆਂ ਦੀ ਖਲ ਲੈ ਆਂਦੀ, ਸਰੋਂ ਦੀ ਖਲ ਲੈ ਆਂਦੀ। ਕਈ ਵਾਰੀ ਉਹ ਸੂੜੀ ਕਹਿੰਦੇ ਆ ਜਿਹੜਾ ਛੋਲਿਆਂ ਦਾ ਉੱਪਰ ਵਾਲਾ ਛਿਲਕਾ ਹੈ ਉਹ ਲੈ ਕੇ ਆ ਜਾਂਦੇ ਆ। ਮਹਾਰਾਜ ਕਹਿੰਦੇ ਨੇ ਇੰਨਾ ਕੀਮਤੀ ਦੁੱਧ ਵੇਚ ਕੇ ਲਿਆਉਂਦੇ ਪਏ ਨੇ ਖਲ ਤੇ ਸੂੜੀ। ਇਹਦਾ ਮਤਲਬ ਸਿਰਫ ਇੰਨਾ ਹੈ ਕਿ ਨਜ਼ਦੀਕ ਪਈ ਕੋਈ ਚੀਜ਼ ਦੀ ਕੀਮਤ ਨੂੰ ਨਾ ਜਾਣਨਾ, ਉਹਨੂੰ ਕਹਿੰਦੇ ਨੇ ਬੰਦਾ ਮੂਲ ਤੋਂ ਭੁੱਲ ਗਿਆ ਹੈ। ਭਾਈ ਸਾਹਿਬ ਨੇ ਲਿਖਿਆ ਕਿ ਰਤਨ ਮਣੀ ਗਲ ਬੰਦ ਰਹਿ, ਕਉ ਕੀਮ ਨਾ ਜਾਣੇ, ਕੜਛੀ ਸੌ ਨਾ ਸੰਭਲੇ, ਭੋਜਨ ਰਸ ਖਾਣੇ, ਡੱਡੂ ਚਿੱਕੜ ਵਾਸ ਹੈ, ਕਵਲੇ ਨਾ ਸਿਆਣੇ, ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਣੇ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੇ, ਬੇਮੁਖ ਮੂਲੋਂ ਭੁੱਲਿਆ ਦੁੱਖ ਸਹਿ ਜਮਾਣੇ। ਬੇਮੁਖ ਬੰਦਾ ਮੂਲ ਤੋਂ ਭੁੱਲਿਆ। ਫਿਰ ਦੇਖੋ, ਇੱਕ ਭੁੱਲਿਆ ਤੇ ਦੂਜਾ ਹੰਕਾਰੀ। ਚਲੋ ਜੇ ਕਿ ਬੰਦਾ ਮੁਕਾਮ ਤੇ ਪਹੁੰਚੇ ਤੇ ਗੱਲ ਕਰੇ ਤੇ ਆਪਾਂ ਸੁਣਾਂਗੇ, ਜਿਹੜਾ ਖੁਦ ਹੀ ਭੁੱਲਿਆ ਉਹ ਹੰਕਾਰ ਕਾਹਦਾ ਕਰ ਰਿਹਾ। ਇੱਕ ਮੂਲ ਨਾ ਬੁੱਝਣ ਆਪਣਾ ਅਣਖੁੰਦਾ ਆਪ ਗਣਾਏਂਦੇ। ਇਹਨਾਂ ਨੂੰ ਸਤਿਗੁਰੂ ਨੇ ਕਿਹਾ ਜੇ ਅਸਲੀ ਖੋਤੇ ਵੇਖਣੇ ਨੇ, ਬਾਣੀ 'ਚ ਵੈ ਸ਼ਬਦ ਤਾਂ ਬੜਾ ਸਖਤ ਵਰਤਿਆ, ਅਸਲੀ ਖੋਤਾ ਵੇਖਣਾ ਤੇ ਉਹੀ ਬੰਦਾ ਖੋਤਾ ਹੈ ਜਿਹੜਾ ਗੁਣਾਂ ਤੋਂ ਬਿਨਾਂ ਹੰਕਾਰੀ ਹੈ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ, ਭਗਤ ਤੇਰਾ ਮਨ ਭਾਵਦੇ, ਦਰ ਸੋਹਨ ਕੀਰਤ ਗਾਮਦੇ, ਨਾਨਕ ਕਰਮਾਂ ਬਾਹਰੇ, ਦਰ ਢੋ ਨਾ ਲਹਿਨੀ ਧਾਮਦੇ। ਇੱਕ ਮੂਲ ਨਾ ਬੁੱਝਣ ਆਪਣਾ ਅਣਖੁੰਦਾ ਆਪ ਗਣਾਏਂਦੇ। ਇਸ ਤੋਂ ਅੱਗੇ ਦੋ ਤੁਕਾਂ, ਇੱਕ ਤੁਕ ਵਿੱਚ ਮਹਾਰਾਜ ਦੀ ਅਤ ਦੀ ਨਿਮਰਤਾ। ਆਪਾਂ ਇਹ ਨਾ ਸੋਚੀਏ
ਵੀ ਪਹਿਲੇ ਸ਼ਲੋਕ 'ਚ ਕਹਿ ਦਿੱਤਾ ਕਿ ਇਹ ਝੱਖ ਮਾਰਦੇ ਪਏ ਨੇ ਵਿਦਵਾਨ। ਨਾਨਕ ਲਿਖੈ ਇੱਕ ਗੱਲ ਹੋਰ ਖੌਮੈ ਝਖਣਾ ਝਾਕ। ਦੂਜੇ ਸ਼ਲੋਕ ਵਿੱਚ ਵੀ ਕਿਹਾ ਇਹ ਹੱਠ ਕਰਨ ਵਾਲੇ ਬੰਦਿਆਂ ਬਾਰੇ। ਪਰ ਦੇਖੋ ਸਤਿਗੁਰੂ ਦੇ ਅੰਦਰ ਦੀ ਨਿਮਰਤਾ, ਇਹਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਸਵੀਕਾਰ ਨਹੀਂ ਕਰ ਰਹੇ। ਮਹਾਰਾਜ ਕਹਿੰਦੇ ਨੇ ਖਾਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਇਂਦੇ। ਹਉ ਦਾ ਅਰਥ ਹੈ ਮੈਂ। ਹਾਲਾਂਕਿ ਕਈ ਸੱਜਣ ਇਹ ਪਾਠ ਇਕੱਠਾ ਵੀ ਕਰਦੇ ਨੇ ਢਾਡੀਕਾ, ਪਰ ਜਿੱਥੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਉੱਥੇ ਲਫ਼ਜ਼ ਇਹ ਢਾਡੀਕਾ ਹੀ ਲਿਖਿਆ ਹੈ। ਹਉ ਢਾਡੀ ਕਾ ਨੀਚ ਜਾਤ। ਪੁਰਾਤਨ ਸਮੇਂ ਅਕਸਰ ਢਾਡੀਆਂ ਨੂੰ ਨੀਵੀਂ ਜਾਤ ਵਾਲਾ ਸਮਝਦੇ ਸਨ। ਢਾਡੀ ਜਦੋਂ ਸਿਫਤ ਕਰਦਾ ਹੁੰਦਾ ਸੀ ਤੇ ਉਹਨੂੰ ਜਜ਼ਬਾਨ ਜਾਂ ਪੈਸੇ ਦਿੰਦਾ ਸੀ, ਜਾਂ ਉਹਨੂੰ ਭੋਜਨ ਦਿੰਦਾ ਸੀ, ਜਾਂ ਕੱਪੜਾ ਦਿੰਦਾ ਸੀ। ਮਹਾਰਾਜ ਕਹਿੰਦੇ ਨਹੀਂ, ਮੈਂ ਸਭ ਤੋਂ ਨੀਵਾਂ ਹਾਂ। ਪਿਆਰਿਓ, ਗੁਰੂ ਨਾਨਕ ਸਾਹਿਬ ਦੇ ਘਰ ਦੀ ਨਿਮਰਤਾ ਵੇਖੋ। ਦਾਸ ਤਾਂ ਕਈ ਵਾਰੀ ਕਹਿੰਦਾ ਹੈ ਰੱਬ ਦੇ ਘਰ ਦੇ ਖਜ਼ਾਨੇ ਕੁੱਟ ਲੁੱਟ ਲਿਆਂਦੇ ਬਾਬੇ ਨੇ ਨਿਮਰਤਾ ਵਾਲੇ। ਤਾਂ ਹੀ ਭਾਈ ਸਾਹਿਬ ਨੇ ਕਿਹਾ ਕਿ ਬਾਬਾ ਪੈਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਨਿਮਰਤਾ। ਮੈਂ ਨੀਵਾਂ ਜਾਂ ਢਾਡੀ ਹਾਂ, ਬੜੀ ਨੀਵੀਂ ਜਾਤ ਦਾ ਵਾਂ। ਹਾਲਾਂ ਬਾਬਾ ਜੀ ਨੂੰ ਪੁੱਛੋ, ਉਹ ਸ਼ਬਦ ਵਰਦੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੋਂ ਅਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੈ ਨੀਚ ਸੰਭਾਲੀਆਂ ਤੇਥੈ ਨਦਰ ਤੇਰੀ ਬਖਸ਼ੀਸ਼। ਹਉ ਦਾ ਅਰਥ ਮੈਂ। ਢਾਡੀ ਲਫ਼ਜ਼ ਦਾ ਅਰਥ ਹੈ ਕਿ ਸਿਫਤ ਕਰਨ ਵਾਲਾ। ਚਲੋ ਕਈ ਸੱਜਣ ਇਹਨੂੰ ਢੱਡ ਲਫ਼ਜ਼ ਤੋਂ ਪੈਦਾ ਹੋਇਆ ਕਹਿੰਦੇ ਆ ਢਾਡੀ, ਢੱਡ ਵਜਾਉਣ ਵਾਲਾ। ਪਰ ਉਂਝ ਢਾਡੀ ਦਾ ਅਰਥ ਹੈ ਜਿਹੜਾ ਸਿਫਤਾਂ ਕਰਦਾ ਹੈ। ਸਤਿਗੁਰੂ ਕਹਿੰਦੇ ਨੇ ਮੈਂ ਤਾਂ ਢਾਡੀ ਖਾਂ, ਨੀਵੀਂ ਜਾਤ ਦਾ, ਹੋਰ ਸਾਰੇ ਉੱਤਮ ਜਾਤਾਂ ਵਾਲੇ ਨੇ, ਚੰਗੀਆਂ ਜਾਤਾਂ ਵਾਲੇ ਨੇ। ਦੇਖੋ ਆਪ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਨੇ ਮਾਂਝ ਕੀ ਵਾਰ ਹਜ਼ੂਰ ਦੀ ਉਚਾਰਨ ਕੀਤੀ। ਉਹਦੀ ਅਖੀਰਲੀ 27ਵੀਂ ਪੌੜੀ, ਉਹ ਸਤਿਗੁਰੂ ਇੰਨੀ ਨਿਮਰਤਾ 'ਚ ਸ਼ਬਦ ਵਰਦੇ ਨੇ, ਕਹਿੰਦੇ ਨੇ ਖਾਉ ਢਾਡੀ ਵੇਕਾਰ ਕਾਰੈ ਲਾਇਆ। ਆਪਣੇ ਆਪ ਨੂੰ ਤਬਲਬਾਜ਼, ਆਪਣੇ ਆਪ ਨੂੰ ਸ਼ਾਇਰ, ਆਪਣੇ ਆਪ ਨੂੰ ਢਾਡੀ ਸ਼ਬਦ ਵਰਤੇ। ਕਹਿਣ ਲੱਗੇ ਖਾਉ ਢਾਡੀ ਵੇਕਾਰ ਕਾਰੈ ਲਾਇਆ। ਮੈਨੂੰ ਢਾਡੀ ਨੂੰ ਕੋਈ ਕੰਮ ਨਹੀਂ ਸੀ, ਬੇਕਾਰ ਬੈਠਾ ਸਾਂ। ਪ੍ਰਭੂ ਨੇ ਕਾਰੇ ਲਾ ਦਿੱਤਾ। ਉਹ ਕਾਰ ਕੀ ਲਾਇਆ? ਹੇ ਢਾਡੀ, ਦਿਨ ਹੋਵੇ, ਰਾਤ ਹੋਵੇ, ਸੁਬਾਹ ਹੋਵੇ, ਸ਼ਾਮ ਹੋਵੇ, ਦੁੱਖ ਹੋਵੇ, ਸੁੱਖ ਹੋਵੇ, ਤੁਸੀਂ ਇੱਕ ਕੰਮ ਕਰਨਾ, ਸਿਰਫ ਸਿਫਤ ਹੀ ਕਰਨੀ ਹੈ। ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਉ ਕੈ ਵਾਰ ਧੁਰੋਂ ਫਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਮੈਨੂੰ ਆਪਣੀ ਸਿਫਤ ਸਲਾਹ ਦਾ ਕੱਪੜਾ ਦਿੱਤਾ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰਜ ਤਿੰਨੀ ਸੁਖ ਪਾਇਆ। ਢਾਡੀ ਕਰੈ ਪਸਾਓ ਸ਼ਬਦ ਵਿਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਐਡੀ ਨਿਮਰਤਾ। ਮਹਾਰਾਜ ਕਹਿੰਦੇ ਨੇ ਮੈਂ ਤਾਂ ਨੀਵਾਂ ਜਿਹਾ ਢਾਡੀ ਖਾਂ। ਬਸ ਯਾਦ ਰੱਖੋ, ਜਦੋਂ ਪਰਮਾਰਥ ਬੰਦਗੀ ਸਿਮਰਨ ਦਾ ਭਾਗ ਲੱਗਦਾ ਹੈ, ਸਿਮਰਨ ਵਾਲਾ ਆਪਣੇ ਆਪ ਨੂੰ ਆਤਮਿਕ ਉਚਾਈ ਤੇ ਜਾਂਦਿਆਂ ਹੋਇਆਂ ਮਨ ਦੇ ਤੌਰ ਤੇ ਅੱਤ ਦਾ ਨੀਵਾਂ ਚਲਾ ਜਾਂਦਾ ਹੈ। ਸਿੱਧੀ ਜੀ ਗੱਲ ਕਿ ਜਿੰਨਾ ਟਾਹਣੀ ਨੂੰ ਲੱਗੇ ਕੋਈ ਫਲ ਵਿੱਚ ਰਸ ਭਰੇਗਾ, ਓਨੀ ਟਾਹਣੀ ਜ਼ਮੀਨ ਵਿੱਚ ਆਪਣੇ ਆਪ ਜ਼ਮੀਨ ਵੱਲ ਝੁਕੇਗੀ। ਜਦੋਂ ਕਿਸੇ ਦੇ ਅੰਦਰ ਰੂਹਾਨੀਅਤ ਦੀ ਬਖਸ਼ਿਸ਼ ਹੁੰਦੀ ਏ, ਉਹਦੀ ਨਿਸ਼ਾਨੀ ਇਹ ਵੇ ਕਿ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਨਿਮਰਤਾ ਵਿੱਚ ਰਹਿੰਦਾ ਹੈ। ਸਤਿਗੁਰੂ ਨੇ ਸ਼ਬਦ ਵਰਤੇ ਖਾਉ ਢਾਡੀ ਕਾ ਨੀਚ ਜਾਤ। ਇਹਨੂੰ ਆਪਾਂ ਕਹਿ ਸਕਦੇ ਹਾਂ ਅੱਤ ਦੀ ਨਿਮਰਤਾ। ਹੋਰ ਉੱਤਮ ਜਾਤ ਸਦਾਇਂਦੇ। ਬਾਕੀ ਸਾਰੇ ਉੱਚੀਆਂ ਜਾਤਾਂ ਵਾਲੇ ਨੇ। ਤਿੰਨ ਮੰਗਾਂ ਜੇ ਤੁਜੈ ਧਿਆਇਂਦੇ। ਤਿੰਨ ਲਫ਼ਜ਼ ਵੀ ਬਹੁਵਚਨ ਹੈ। ਮੈਂ ਮੰਗਣਾ ਹਾਂ ਉਹਨਾਂ ਦੀ ਸੰਗਤ ਜੇ ਤੁਜੈ ਧਿਆਇਂਦੇ, ਕਿਉਂਕਿ ਪਹਿਲੀ ਤੁਕ ਸੀ ਪੌੜੀ ਦੀ ਭਗਤ ਤੇਰਾ ਮਨ ਭਾਵੰਦੇ ਦਰ ਸੋਹਣ ਕੀਰਤ ਗਾਵੰਦੇ। ਇਹਦਾ ਅਰਥ ਅਖੀਰ ਤੇ ਇਹ ਹੈ ਕਿ ਮੈਂ ਉਹਨਾਂ ਭਗਤਾਂ ਨੂੰ, ਉਹਨਾਂ ਗੁਰਮੁਖਾਂ ਨੂੰ, ਉਹਨਾਂ ਸੰਤ ਜਨਾਂ ਨੂੰ, ਉਹਨਾਂ ਬੰਦਗੀ ਕਰਨ ਵਾਲਿਆਂ ਨੂੰ ਤੇਰੇ ਦਰ ਤੋਂ ਮੰਗਣ ਆਇਆ ਜਿਹੜੇ ਤੇਰੀ ਭਗਤੀ ਕਰਦੇ ਨੇ।
ਮੰਗਣ ਆਇਆ ਦਾ ਅਰਥ, ਮੈਨੂੰ ਉਹਨਾਂ ਦੀ ਸੋਭਤ ਬਖਸ਼, ਮੈਨੂੰ ਉਹਨਾਂ ਦੀ ਸੰਗਤ ਬਖਸ਼ ਦੇ, ਮੈਨੂੰ ਉਹ ਮਿਲਾ ਜਿਨ੍ਹਾਂ ਨੂੰ ਤੇਰੀ ਯਾਦ ਆਵੇ। ਦਾਸ ਕਈ ਵਾਰੀ ਅਰਜ਼ ਕਰਦਾ ਹੈ, ਦੇਖੋ ਅਸੀਂ ਅਰਦਾਸ ਕਰਨੇ ਹਾਂ ਗੁਰੂ ਚਰਨਾਂ 'ਚ, ਭਾਵੇਂ ਸੰਸਾਰਕ ਪਦਾਰਥ ਲਈ ਕੋਈ ਕਰੇ, ਸ਼ੁਕਰ ਦੀ ਕਰੇ, ਮਿਰਤਕ ਦੀ ਕਰੇ, ਆਨੰਦਕਾਰੀ ਦੀ ਕਰੇ, ਖੁਸ਼ੀ ਗਮੀ ਦੀ ਕਰੇ, ਪਰ ਅਰਦਾਸ ਦੇ ਅਖੀਰ 'ਚ ਸਾਡੀ ਜਿਹੜੀ ਸਾਰਿਆਂ ਦੀ ਮੰਗ ਹੈ ਨਾ, ਸੱਚ ਹੋਵੇ ਆ ਹੀ ਮੰਗ ਹੈ ਜਿਹੜੀ ਬਾਬਾ ਜੀ ਨੇ ਕਹੀ, 3 ਮੰਗਾਂ ਜੇ ਦੂਜੇ ਧਿਆਏ ਦੇ, ਉਹ ਮੰਗ ਹੈ ਕਿ ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੋਵੇ। 3 ਮੰਗਾਂ ਕੌਣ? ਨਾ ਹੋ ਜਤੀ ਸਤੀ ਨਹੀਂ ਪੜਿਆ, ਮੇਰੇ ਕੋਲ ਕੁਛ ਵੀ ਨਹੀਂ, ਨਾ ਮੇਰੇ ਕੋਲ ਜਪ, ਨਾ ਮੇਰੇ ਕੋਲ ਤਪ, ਬਸ ਆ ਹੀ ਮੰਗ ਲਓ ਭਲਿਓ, ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਦੀ ਯਾਦ ਆ ਜਾਏ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਮੂਰਖ ਮੁਗਦਾ ਪਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾ ਹੀ ਵਿਸਰੇ। 3 ਮੰਗਾਂ ਜੇ ਤੁਝੇ ਧਿਆਏ ਦੇ, ਮੈਂ ਉਹਨਾਂ ਨੂੰ ਮੰਗਣ ਆਇਆ ਜੋ ਤੈਨੂੰ ਧਿਆਉਂਦੇ ਨੇ। ਤਾਂ ਹੀ ਸਾਹਿਬ ਨੇ ਕਿਹਾ, ਬਦ ਬਖਤ ਹਮ ਚੂ ਬਖੀਲ, ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪਾ ਖਾਕ। ਇਸ ਸਾਰੀ ਪੌੜੀ ਦਾ ਭਾਵ ਇਹ ਵੇ ਕਿ ਭਾਈ ਕਰਮ ਕਾਂਡਾਂ ਤੋਂ ਛੁੱਟ ਕੇ, ਫੋਕੇ ਕਰਮ ਕਾਂਡਾਂ ਤੋਂ ਮੁਕਤ ਹੋ ਕੇ, ਸਿਰਫ ਨਿਮਰਤਾ ਵਿੱਚ ਪਰਮਾਤਮਾ ਦੀ ਪ੍ਰੇਮਾ ਭਗਤੀ ਕਰੋ। ਭਗਤ ਉਹਨੂੰ ਬੜੇ ਪਿਆਰੇ ਲੱਗਦੇ ਨੇ, ਬੜੇ ਚੰਗੇ ਲੱਗਦੇ ਨੇ। ਸੱਚ ਇਹ ਵੇ ਕਿ ਭਗਤੀ ਕਰਨ ਵਾਲੇ ਦੀ ਖਾਤਰ, ਮੈਂ ਅਖੀਰ ਤੇ ਸਮਾਪਤੀ ਕਰਨ ਲੱਗਿਆ ਸ਼ਬਦ ਕਹਿਣਾ, ਤੁਸੀਂ ਦੇਖੋਗੇ ਪਰਮਾਤਮਾ ਸਭ ਦਾ ਰਿਜ਼ਕ ਦਾਤਾ ਹੈ, ਸਭ ਦੀ ਪ੍ਰਤਿਪਾਲਨਾ ਕਰਦਾ ਹੈ, ਪਰ ਜਿਸ ਵਕਤ ਉਹਦੇ ਭਗਤ ਨਾਮਦੇਵ ਜੀ ਉੱਪਰ ਵਕਤ ਦੀ ਹਕੂਮਤ ਵੱਲੋਂ ਜ਼ੁਲਮ ਕੀਤਾ ਗਿਆ, ਉਹਦੇ ਹੱਥਾਂ ਪੈਰਾਂ 'ਚ ਸੰਗਲ ਬੇੜੀਆਂ ਤਸ਼ੱਦਦ ਕੀਤਾ ਗਿਆ, ਉਸ ਵਕਤ ਪਰਮਾਤਮਾ ਨੇ ਸ਼ਬਦ ਕਹੇ ਸਨ ਕਿ ਨਾਮਦੇਵ ਇੱਕ ਵਾਰੀ ਤੂੰ ਬੋਲ, ਜਿਸ ਧਰਤੀ ਤੇ ਤੇਰੇ ਤੇ ਜ਼ੁਲਮ ਹੁੰਦਾ, ਮੈਂ ਧਰਤੀ ਨੂੰ ਟੇਢਿਆਂ ਕਰ ਸਕਣਾ, ਬੋਲ। ਅਸੀਂ ਸ਼ਬਦ ਵਰਤਨੇ ਹਾਂ, ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂ, ਮੈਂ ਧਰਤੀ ਚੁੱਕ ਕੇ ਅਸਮਾਨ ਤੇ ਟੰਗ ਦਿਆਂ, ਤੂੰ ਬੋਲ। ਕਹੇ ਤਾਂ ਧਰਨ ਅਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂ, ਕਹੇ ਤਾਂ ਮੂਈ ਗਊ ਦਿਉ ਜਿਆਏ, ਸਭ ਕੁਝ ਦੇਖੈ ਪਤਿਆਏ। ਭਗਤੀ ਕਰੀਏ, ਸਿਮਰਨ ਕਰੀਏ, ਆਪਣੀ ਹੋਂਦ ਨੂੰ ਮਿਟਾਈਏ। ਦਾਣਾ ਉਹ ਹੀ ਜਨਮ ਦਿੰਦਾ ਪੇਡੇ ਨੂੰ, ਜਿਹੜਾ ਆਪਣੇ ਛਿਲਕੇ ਨੂੰ ਗਵਾ ਦਿੰਦਾ ਹੈ। ਸੱਚ ਇਹ ਵੇ, ਉਸ ਆਂਡੇ ਵਿੱਚੋਂ ਪੰਛੀ ਉਡਾਰੀ ਮਾਰਦਾ ਹੈ, ਜਿਹੜਾ ਆਂਡੇ ਦੇ ਖੋਲ ਨੂੰ ਤੋੜ ਦਿੰਦਾ ਹੈ, ਉਹੀ ਰੱਬ ਦੇ ਦਰ ਤੇ ਸਵੀਕਾਰ ਹੁੰਦਾ ਹੈ, ਜਿਹੜਾ ਆਪਣੇ ਅੰਦਰ ਦੀ ਖੌਮੇ ਨੂੰ ਤਿਆਗ ਦਿੰਦਾ ਹੈ। ਇਹ ਹੈ 9ਵੀਂ ਪੌੜੀ ਦਾ ਸ਼ਲੋਕ ਔਰ ਹਜ਼ੂਰ ਦੇ ਅੰਮ੍ਰਿਤ ਬਚਨ ਪੌੜੀ ਦੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ